जिसमें अमृत ज्ञान है, मानक भगत वैराग। श्री गुरु ग्रंथ साहिब उदद, बंदों कर अनुराग। एक अंकार सतगुरु, ते प्रसाद सच होए। वाहिगुरु जी की फतेह है, विघन विनाशन सोए। श्री वाहिगुरु जी की फतेह है, विघन विनाशन सोए। होटल गुर सेवी, अहनस सहज सुबह। दर्शन परसय गुरु कै, जन्म मरण दुख जाए। हेम सुन कै सतगुर के बैन, उठ्यो क्रोध कर राते नैन। अब क्यों भीखन सटा फुलाए, निकस्यो वहर पिख्यो समुदाय। वाहिगुरु जी का खालसा, वाहिगुरु जी की फतेह। सतगुरां दी साजी नवाजी गुरु की संगत। ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਹੋਏ ਨੇ। ਇਹਨਾਂ ਦੀਵਾਨਾਂ ਦੇ ਅੰਦਰ ਆਪਾਂ ਬੈਠ ਕੇ ਸਤਿਗੁਰਾਂ ਦੀ ਇਲਾਹੀ ਅਗੰਮੀ ਬਾਣੀ ਦੇ ਕੀਰਤਨ ਦੀਆਂ ਦਾਤਾਂ ਸਰਵਣ ਕੀਤੀਆਂ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜੀਵਨ ਦੇ ਇਤਿਹਾਸ ਵਿੱਚੋਂ ਕਥਾ ਸਰਵਣ ਕਰ ਰਹੇ ਹਾਂ। ਮਹਾਰਾਜ ਸਾਹਿਬ ਜੀ ਪਾਉਂਟਾ ਸਾਹਿਬ ਦੀ ਧਰਤੀ 'ਤੇ ਬਿਰਾਜੇ ਹੋਏ। ਇੱਕ ਦਿਨ ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਗਏ ਅਤੇ ਕਿਸੇ ਪਹਾੜੀਏ ਨੇ ਆਖਿਆ, ਮਹਾਰਾਜ ਇੱਥੇ ਬੜਾ ਇੱਕ ਖੂਨਖਾਰ ਸ਼ੇਰ ਰਹਿੰਦਾ ਹੈ, ਬੜਾ ਨੁਕਸਾਨ ਕਰਦਾ ਹੈ। ਸਤਿਗੁਰਾਂ ਨੇ ਅਗਲੇ ਦਿਨ ਸ਼ੇਰ ਦਾ ਸ਼ਿਕਾਰ ਕਰਨ ਦੀ ਸਾਰੀ ਵਿਉਂਤ ਬਣਾਈ ਹੈ। ਮਹਾਰਾਜ ਜੀਆਂ ਦੇ ਨਾਲ ਦੋ ਰਾਜੇ ਨੇ, ਮੇਦਨੀ ਪ੍ਰਕਾਸ਼ ਅਤੇ ਫਤਿਹ ਚੰਦ। ਜੰਗਲ ਦੇ ਵਿੱਚ ਪਹਾੜਾਂ ਵਿੱਚ ਜਾ ਕੇ ਸ਼ੇਰ ਨੂੰ ਲੱਭਾ ਅਤੇ ਸ਼ੇਰ ਸੁੱਤਾ ਹੋਇਆ। ਸਤਿਗੁਰਾਂ ਨੇ ਬਾਕੀ ਸਾਰਿਆਂ ਨੂੰ ਰੋਕਿਆ ਵੀ ਸ਼ੇਰ ਦੇ ਉੱਪਰ ਗੋਲੀ ਦਾ ਜਾਂ ਤੀਰ ਦਾ ਵਾਰ ਨਹੀਂ ਕਰਨਾ, ਅਸੀਂ ਤਲਵਾਰ ਦੇ ਨਾਲ ਇਹਦਾ ਅੰਤ ਕਰਾਂਗੇ। ਜਦੋਂ ਸਤਿਗੁਰੂ ਪਾਤਸ਼ਾਹ ਸ਼ੇਰ ਦੇ ਕੋਲ ਗਏ ਅਤੇ ਉਹ ਲੰਮੇ ਪਿਆ ਹੋਇਆ, ਮਹਾਰਾਜ ਨੂੰ ਵੇਖ ਕੇ ਵੀ ਉੱਠਿਆ ਨਹੀਂ। ਸਤਿਗੁਰਾਂ ਨੇ ਫਿਰ ਇਸ ਨੂੰ ਲਲਕਾਰਿਆ, ਆਖਿਆ ਵੀ ਸ਼ੇਰ ਨੂੰ ਇਹ ਸ਼ੋਭਾ ਨਹੀਂ ਦਿੰਦਾ, ਗਿੱਦੜ ਵਾਲਾ ਸੁਭਾਅ ਸ਼ੇਰ ਨੂੰ ਚੰਗਾ ਨਹੀਂ ਲੱਗਦਾ, ਸਾਡੇ ਨਾਲ ਉੱਠ ਕੇ ਮੁਕਾਬਲਾ ਕਰ। ਪਹਿਲੀ ਵਾਰੀ ਲਲਕਾਰਿਆ ਪਰ ਫਿਰ ਵੀ ਸੁੱਤਾ ਰਿਹਾ। ਦੂਜੀ ਵਾਰੀ ਫਿਰ ਮਹਾਰਾਜ ਨੇ ਇਸ ਨੂੰ ਵੰਗਾਰਿਆ, ਸ਼ੇਰਾਂ ਦੀ ਕੁੱਲ ਨੂੰ ਕਿਉਂ ਦਾਗ ਲਾਉਂਦਾ, ਇਹ ਸ਼ੇਰਾਂ ਵਾਸਤੇ ਲਾਹਣਤਾਂ ਵਾਲੀ ਗੱਲ ਬਣ ਜਾਏਗੀ, ਉੱਠ ਕੇ ਸਾਹਮਣਾ ਕਰ। ਦੂਜੀ ਵਾਰੀ ਕਹਿਣ 'ਤੇ ਵੀ ਹਿੱਲਿਆ ਨਹੀਂ, ਉਸੇ ਤਰ੍ਹਾਂ ਬੈਠਾ ਹੋਇਆ। ਅਤੇ ਪਾਤਸ਼ਾਹ ਨੇ ਫਿਰ ਤੀਜੀ ਵਾਰੀ ਆਖਿਆ, ਕਹਿਣ ਲੱਗੇ, ਉਹ ਗਿੱਦੜਾ ਕਿਉਂ ਕਾਇਰ ਬਣਿਆ ਹੋਇਆ, ਮਰਨਾ ਤਾਂ ਹੈ ਅੱਜ ਨਹੀਂ ਤੇ ਕੱਲ੍ਹ, ਜੇ ਮਰਨਾ ਫਿਰ ਸੂਰਮਿਆਂ ਵਾਲੀ ਮੌਤ ਮਰ, ਮੁਕਾਬਲਾ ਕਰ, ਮਰ ਤੇ ਫਿਰ ਵੀ ਜਾਣਾ। ਜਦੋਂ ਤੀਜੀ ਵਾਰੀ ਮਹਾਰਾਜ ਨੇ ਆਖਣਾ ਗਿੱਦੜ ਅਤੇ ਕਾਇਰ, ਇਹ ਬਚਨ ਆਖੇ ਤੇ ਕਹਿਣ ਲੱਗੇ, ਫਿਰ ਉਹ ਜੋ ਸ਼ੇਰ ਸੁਣਦਾ ਪਿਆ ਨਾ ਬਚਨ, ਇਤਿਹਾਸ ਪ੍ਰਸੰਗ ਆਪਾਂ ਕੱਲ੍ਹ ਸਰਵਣ ਕੀਤਾ। ਮਹਾਰਾਜ ਅੱਜ ਇੱਥੋਂ ਕਿਰਪਾ ਅੱਗੇ ਕਰ ਰਿਹਾ, ਕੀ ਕੌਤਕ ਵਰਤਾਉਣਗੇ ਉਹ ਅੱਜ ਆਪਾਂ ਸਰਵਣ ਕਰਾਂਗੇ। ਆਓ ਮਨ ਦਾ ਧਿਆਨ ਟਿਕਾਈਏ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। हेम सुन कै सतगुर के बैन, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸੁਣੇ ਨਾ ਜਦੋਂ ਬਚਨ, ਮਹਾਰਾਜ ਨੇ ਤੀਜੀ ਵਾਰੀ ਲਲਕਾਰਿਆ, ਆਖਿਆ ਵੀ ਕਾਇਰ ਨਾ ਬਣ, ਸ਼ੇਰ ਹੋ ਕੇ ਗਿੱਦੜ ਵਾਲਾ ਸੁਭਾਅ ਨਾ ਬਣਾ, ਸ਼ੇਰਾਂ ਦੀ ਕੁੱਲ ਨੂੰ ਕਲੰਕੀ ਨਾ ਕਰ, ਦਾਗ ਨਾ ਲਾ, ਇਹ ਗਿੱਦੜਾਂ ਵਾਲਾ ਸੁਭਾਅ ਸ਼ੇਰ ਨੂੰ ਚੰਗਾ ਨਹੀਂ ਲੱਗਦਾ। ਜਦੋਂ ਇਹ ਤੀਜੀ ਵਾਰੀ ਬਚਨ ਆਖਿਆ ਨਾ,
ਤੇ ਕਹਿਣ ਲੱਗੇ ਸੁਣ ਕੇ ਮਹਾਰਾਜ ਦੇ ਫਿਰ ਉਸ ਵੇਲੇ ਬਚਨ ਉਠਿਓ ਕ੍ਰੋਧ ਕਰ ਰਾਤੇ ਨੈਣ। ਤੇ ਫਿਰ ਉੱਠ ਬੈਠਾ। ਇਹ ਸ਼ੇਰ ਲੰਮੇ ਪਿਆ ਹੋਇਆ ਸੀ ਨਾ, ਲੱਤਾਂ ਪਸਾਰ ਕੇ ਉੱਠ ਬੈਠਾ ਤੇ ਕਹਿਣ ਲੱਗੇ ਨੇਤਰ ਫਿਰ ਇਸਨੇ ਕੀਤੇ ਲਾਲ, ਰੱਤ ਵਰਗੇ, ਲਹੂ ਵਰਗੇ, ਖੂਨ ਵਰਗੇ ਨੇਤਰ ਕਰਕੇ, ਲਾਲ ਨੇਤਰ ਕਰਕੇ, ਗੁੱਸੇ ਦੇ ਨਾਲ, ਬੜੇ ਡਾਢੇ ਗੁੱਸੇ ਦੇ ਨਾਲ ਇਹਨੇ ਮਹਾਰਾਜ ਦੇ ਵੱਲ ਉਸ ਵੇਲੇ ਵੇਖਿਆ ਹੈ। ਭਵ ਕਿਉ ਭੀਖਨ ਸਟਾ ਫੁਲਾਏ। ਤੇ ਸਤਿਗੁਰਾਂ ਨੂੰ ਵੇਖ ਕੇ ਫਿਰ ਗਰਜਿਆ। ਹੁਣ ਰੋਬ ਦੇ ਵਿੱਚ ਆਇਆ ਨਾ, ਗੁੱਸੇ ਵਿੱਚ ਆਇਆ, ਹੁਣ ਹਮਲਾ ਕਰਨ ਦੀ ਤਿਆਰੀ ਕਰਦਾ ਪਿਆ। ਸਤਿਗੁਰਾਂ ਦੇ ਵੱਲ ਗੁੱਸੇ ਨਾਲ ਵੇਖ ਕੇ ਗਰਜਿਆ ਜਿਸ ਵੇਲੇ ਕਿਹੜੀ ਸ਼ੇਰ ਨਾਲ ਆਪਣੀ ਧੌਣ ਨੂੰ ਹਿਲਾਉਂਦਾ ਤੇ ਧੌਣ ਦੇ ਉੱਪਰ ਜਿਹੜੇ ਲੰਮੇ ਲੰਮੇ ਵਾਲ ਨੇ ਨਾ, ਬੜੇ ਫੈਲੇ ਹੋਏ, ਉਹਨਾਂ ਵਾਲਾਂ ਨੂੰ ਇੱਕ ਵਾਰੀ ਹਿਲਾਇਆ, ਝਟਕਾ ਦਿੱਤਾ ਆਪਣੇ ਸਿਰ ਨੂੰ ਤੇ ਵਾਲਾਂ ਨੂੰ। ਕਹਿਣ ਲੱਗੇ ਐਸਾ ਭਿਆਨਕ ਤੇ ਕਰਾਲ ਰੂਪ ਮਹਾਰਾਜ ਨੂੰ ਇਸਨੇ ਵਿਖਾਇਆ ਹੈ। ਨਿਕਸਿਓ ਵਹਿਰ ਪਿਖਿਓ ਤੇ ਸਮੁਦਾਏ। ਫਿਰ ਜਿਨ੍ਹਾਂ ਝੜੀਆਂ ਦੇ ਥੱਲੇ, ਛਟੀਆਂ ਦੇ ਥੱਲੇ ਬੈਠਾ ਸੀ ਨਾ, ਕਿਕਰਾਂ ਬੇਰੀਆਂ ਦੇ ਸੰਘਣੀਆਂ ਸੰਘਣੀਆਂ ਟਾਹਣੀਆਂ ਥੱਲੇ, ਝਾੜੀਆਂ ਥੱਲੇ ਬੈਠਾ, ਫਿਰ ਨਿਕਲਿਆ ਉਹਦੇ ਵਿੱਚੋਂ ਬਾਹਰ ਆਪਣਾ ਇਹੋ ਜਿਹਾ ਭਿਆਨਕ ਬਣਾ ਕੇ ਸਰੂਪ, ਅੱਖਾਂ ਕਰਕੇ ਲਾਲ, ਤੇ ਆਪਣੇ ਸਿਰ ਦੇ ਬਾਲਾਂ ਨੂੰ ਹਿਲਾਇਆ, ਗੁੱਸਾ ਲੈ ਕੇ, ਕ੍ਰੋਧ ਲੈ ਕੇ। ਕਹਿਣ ਲੱਗੇ ਇੱਕੇ ਵਾਰੀ ਜਦੋਂ ਬਾਹਰ ਨਿਕਲਿਆ ਤੇ ਸਾਰੇ ਵੇਖਦੇ ਪਏ। ਮੇਦਨੀ ਪ੍ਰਕਾਸ਼ ਰਾਜਾ ਜਿਹੜਾ ਨਾਹਨ ਦਾ ਉਹ ਵੀ ਵੇਖਦਾ ਪਿਆ, ਤੇ ਸ੍ਰੀਨਗਰ ਦਾ ਰਾਜਾ ਜਿਹੜਾ ਫਤਿਹ ਸ਼ਾਹ ਉਹ ਵੀ ਵੇਖਦਾ ਪਿਆ ਸਮੇਤ ਫੌਜਾਂ। ਬੜੇ ਲੋਕ ਨੇ ਇਸ ਵੇਲੇ ਜੰਗਲ ਦੇ ਵਿੱਚ, ਸਾਰੇ ਇਹ ਕੌਤਕ ਦੇਖਦੇ ਪਏ ਹਨ। ਬਲ ਵਿਸਾਲ ਕਰਸ਼ਾਲ ਉਤਾਲਾ। ਤੇ ਜਦੋਂ ਬਾਹਰ ਨਿਕਲਿਆ ਤੇ ਫਿਰ ਇਹਨੇ ਟਾਈਮ ਕੋਈ ਨਹੀਂ ਲੱਗਣ ਦਿੱਤਾ, ਬਾਹਰ ਆ ਕੇ ਨਹੀਂ ਸਮਾਂ ਦਿੱਤਾ ਇਸਨੇ ਸਾਵਧਾਨ ਹੋਣ ਦਾ। ਜਿੰਨਾ ਚਿਰ ਥੱਲੇ ਛੁਪਿਆ ਬੈਠਾ ਸੀ, ਸੁੱਤਾ ਪਿਆ ਸੀ, ਉਹਨਾਂ ਚਿਰ ਹੀ ਸੁੱਤਾ, ਪਰ ਹੁਣ ਬਾਹਰ ਨਿਕਲਿਆ ਨਾ, ਹੁਣ ਨਹੀਂ ਸਮਾਂ ਦਿੱਤਾ। ਕਹਿਣ ਲੱਗੇ ਬੜੇ ਬਲ ਦੇ ਨਾਲ, ਬੜੇ ਜ਼ੋਰ ਦੇ ਨਾਲ, ਕਹਿੰਦੇ ਪਰ ਇਸ ਸ਼ੇਰ ਨੇ ਮਹਾਰਾਜ ਜੀਆਂ ਦੇ ਸਿਰ ਦੇ ਉੱਪਰ ਪੈਣ ਵਾਸਤੇ, ਮੋਢੇ ਤੇ ਗਰਦਨ ਦੇ ਉੱਪਰ ਮਹਾਰਾਜ ਦੇ ਵਾਰ ਕਰਨ ਵਾਸਤੇ, ਕਹਿਣ ਲੱਗੇ ਛਾਲ ਮਾਰ ਕੇ ਫਿਰ ਸ਼ੇਰ ਸਤਿਗੁਰਾਂ ਦੇ ਉੱਪਰ ਆ ਕੇ ਪੈਣਾ ਚਾਹੁੰਦਾ ਹੈ। ਗਰਜੋ ਦੀਰਘ ਕਾਲ ਕਰਾਲਾ। ਤੇ ਨਾਲ ਹੀ ਗਰਜਿਆ। ਕਹਿਣ ਲੱਗੇ ਐਸਾ ਗਰਜਿਆ, ਮੰਨ ਲਓ ਜਿਵੇਂ ਬੱਦਲ ਗਰਜਦੇ ਨੇ, ਗੜਗੜ ਦੀ ਜਿਵੇਂ ਆਵਾਜ਼ ਆਉਂਦੀ ਹੈ, ਧਰਤੀ ਕੰਬਦੀ ਹੈ। ਕਹਿਣ ਲੱਗੇ ਜਦੋਂ ਸ਼ੇਰ ਗਰਜਿਆ ਤੇ ਪਹਾੜਾਂ ਦੇ ਨਾਲ ਆਵਾਜ਼ ਟਕਰਾ ਟਕਰਾ ਕੇ ਵਾਪਸ ਮੁੜਦੀ ਹੈ। ਬੜਾ ਭਿਆਨਕ ਸਰੂਪ ਇਸਨੇ ਦਿਖਾਇਆ, ਬੜੀ ਭਿਆਨਕ ਆਵਾਜ਼ ਕੱਢੀ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਵੀ ਇਹ ਇਹਦੀ ਜ਼ਿੰਦਗੀ ਦੀ ਆਖਰੀ ਆਵਾਜ਼ ਇਹਦੇ ਸਰੀਰ ਵਿੱਚੋਂ ਇੰਨੀ ਭਿਆਨਕ ਨਿਕਲੀ ਹੈ। ਬੜੀ ਭਿਆਨਕ ਆਵਾਜ਼ ਦੇ ਨਾਲ ਇਸਨੇ ਗਰਜ ਕੇ ਡਰਾਉਣ ਦਾ ਯਤਨ ਕੀਤਾ ਹੈ। ਪ੍ਰਭ ਕੇ ਸਨਮੁਖ ਕੀ ਨਸਨੇਰ। ਤੇ ਸਤਿਗੁਰੂ ਪਾਤਸ਼ਾਹ ਜਿੱਥੇ ਖਲੋਤੇ ਨਾ, ਇਹਨੇ ਵੇਖਿਆ ਵੀ ਕੇਵਲ ਮਹਾਰਾਜ ਹੀ ਮੇਰੇ ਕੋਲ ਨੇ, ਬਾਕੀ ਤੇ ਦੂਰ ਨੇ, ਤੇ ਜਿਹੜੇ ਮੇਰੇ ਕੋਲ ਨੇ ਨਾ, ਮੈਂ ਇਹਨਾਂ ਦੇ ਉੱਪਰ ਵਾਰ ਕਰਾਂ। ਸਤਿਗੁਰਾਂ ਨੂੰ ਨੇੜੇ ਵੇਖ ਕੇ ਗਰਜ ਕੇ ਮਹਾਰਾਜ ਦੇ ਉੱਪਰ ਵਾਰ ਕਰਨ ਵਾਸਤੇ ਅੱਗੇ ਵਧਿਆ ਹੈ। ਉਛਰਿਓ ਸ਼੍ਰਿਪ ਛਾਲ ਕਰ ਫੇਰ। ਤੇ ਸ਼੍ਰਿਪ ਛਾਲ ਤੋਂ ਭਾਵ ਹੁੰਦਾ, ਸ਼੍ਰਿਪ ਤੋਂ ਭਾਵ ਗੁਰਮੁਖੋ ਛੇਤੀ ਦੇ ਨਾਲ, ਛਿਪਰ ਛਾਲ, ਛਿਪਰ ਤੋਂ ਛੇਤੀ ਨਾਲ, ਬੜੀ ਛੇਤੀ ਦੇ ਨਾਲ ਇਸਨੇ ਛਾਲ ਮਾਰੀ, ਗਰਜਿਆ ਸਤਿਗੁਰਾਂ ਦੇ ਉੱਪਰ ਪੈਣ ਵਾਸਤੇ। ਐਸੀ ਇਸਨੇ ਆਪਣੀ ਉਸ ਵੇਲੇ ਜਿਹੜੀ ਹੈ ਉਹ ਬੜੀ ਫੁਰਤੀ ਦੇ ਨਾਲ ਇਸ ਹਮਲੇ ਨੂੰ ਕੀਤਾ ਹੈ। ਮਲ ਤੇ ਜਾ ਪਹੁੰਚੋ ਪ੍ਰਭ ਉੱਪਰ। ਤੇ ਜਦੋਂ ਇਸਨੇ ਆਪਣਾ ਜ਼ੋਰ ਲਾ ਕੇ ਤੇ ਛਾਲ ਮਾਰ ਕੇ ਆਉਣਾ ਚਾਹੁੰਦਾ ਸਤਿਗੁਰਾਂ ਦੇ ਸਿਰ ਦੇ ਉੱਪਰ, ਮੋਢਿਆਂ ਦੇ ਉੱਪਰ ਆਪਣੇ ਪੰਜੇ ਰੱਖ ਕੇ, ਤੇ ਮਹਾਰਾਜ ਦੀ ਗਰਦਨ ਨੂੰ ਜਾਂ ਮੂੰਹ ਨੂੰ ਪਕੜਨਾ ਚਾਹੁੰਦਾ ਨਾ ਆਪਣੇ ਮੂੰਹ ਦੇ ਵਿੱਚ। ਕਹਿਣ ਲੱਗੇ ਜਦੋਂ ਬੜੇ ਜ਼ੋਰ ਦੇ ਨਾਲ ਇਹ ਛਾਲ ਮਾਰ ਕੇ ਅੱਗੇ ਵਧਿਆ ਹੈ। ਚਰਨ ਟਿਕਾਏ ਰਹੇ ਥਿਰ ਭੂਪਰ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਚੰਗੀ ਤਰ੍ਹਾਂ ਪੈਰ ਜਮਾ ਲੈ ਧਰਤੀ ਦੇ ਉੱਪਰ, ਵੀ ਪੈਰ ਫਿਸਲ ਨਾ ਜਾਣ, ਪੈਰ ਤਿਲਕ ਨਾ ਜਾਵੇ। ਧੰਨ ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਚੰਗੀ ਤਰ੍ਹਾਂ ਪੈਰ ਆਪਣੇ ਜਮਾ ਲੈ, ਟਿਕਾ ਲੈ, ਲੱਤਾਂ ਨੂੰ ਚੰਗੀ ਤਰ੍ਹਾਂ ਕਾਬੂ ਕਰਕੇ ਉਹਨਾਂ 'ਤੇ ਭਾਰ ਪਾਇਆ ਵੀ ਇੰਨਾ ਭਾਰੀ ਭਰਕਮ ਸ਼ੇਰ ਦਾ ਵਜਨ ਸਾਡੇ 'ਤੇ ਪੈਣਾ, ਕਿਤੇ ਸਾਡਾ ਪੈਰ ਨਾ ਫਿਸਲ ਜਾਵੇ। ਆਪਣੇ ਪੈਰਾਂ ਨੂੰ ਮਹਾਰਾਜ ਨੇ ਚੰਗੀ ਤਰ੍ਹਾਂ ਟਿਕਾ ਲਿਆ ਹੈ। ਆਗੇ ਸਿਪਰ ਕਰੀ ਤਤਕਾਲਾ। ਤੇ ਜਦੋਂ ਇਹ ਸ਼ੇਰ ਆਉਂਦਾ ਪਿਆ ਨਾ ਮਹਾਰਾਜ ਜੀਆਂ ਦੇ ਉੱਪਰ ਪੈਣ ਵਾਸਤੇ, ਇਹਨੇ ਛਾਲ ਮਾਰੀ ਹੈ। ਤੇ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਨੇ ਖੱਬੇ ਹੱਥ ਦੇ ਵਿੱਚ ਫੁਲਾਦ ਦਾ ਢਾਲਾ ਫੜਿਆ ਹੋਇਆ, ਵੱਡੀ ਢਾਲ ਫੜੀ ਹੈ ਮਹਾਰਾਜ ਜੀਆਂ ਨੇ। ਆਉਂਦੇ ਹੋਏ ਸ਼ੇਰ ਨੂੰ ਆਪਣੇ ਉੱਪਰ ਵੇਖ ਕੇ ਮਹਾਰਾਜ ਨੇ ਖੱਬਾ ਹੱਥ ਅੱਗੇ ਵਧਾਇਆ ਤੇ ਕਹਿਣ ਲੱਗੇ ਸ਼ੇਰ ਦੇ ਅੱਗੇ ਕੀਤੀ ਹੈ। ਤੇ ਭੱਜੇ ਆਉਂਦੇ ਸ਼ੇਰ ਨੇ ਜਦੋਂ ਛਾਲ ਮਾਰੀ ਤੇ ਸਤਿਗੁਰਾਂ ਦੀ ਢਾਲ ਦੇ ਉੱਪਰ ਆ ਕੇ ਡਿੱਗਾ। ਢਾਲ ਦੇ ਉੱਪਰ ਆ ਕੇ ਇਸਨੇ ਆਪਣੇ ਪੰਜੇ ਮਾਰੇ ਹਨ। ਸ਼ਿਪਰ ਨਿਕਾਸਿਓ ਖੜਗ ਕਰਨ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਛੇਤੀ ਦੇ ਨਾਲ, ਫਿਰ ਮੌਕਾ ਮਹਾਰਾਜ ਨੇ ਵੀ ਕੋਈ ਨਹੀਂ ਦਿੱਤਾ। ਕਹਿਣ ਲੱਗੇ ਵੀ ਸ਼ੇਰ ਨੇ ਝਾੜੀ ਵਿੱਚੋਂ ਬਾਹਰ ਨਿਕਲਦਿਆਂ ਹਮਲਾ ਕਰਨ ਲੱਗਿਆਂ ਡੇਰੀ ਕੋਈ ਨਹੀਂ ਲਾਈ ਹੈ। ਸਤਿਗੁਰਾਂ ਦੀ ਢਾਲ ਦੇ ਉੱਪਰ ਆ ਕੇ ਜਿਸ ਵੇਲੇ ਵੱਜਿਆ,
ਮਹਾਰਾਜ ਨੇ ਹੱਥ ਵਿੱਚ ਨੰਗਾ ਤੇਗਾ ਫੜਿਆ ਹੋਇਆ। ਧੰਨ ਦਸਵੇਂ ਪਾਤਸ਼ਾਹ ਨੇ ਵਾਰ ਲਾਉਣ ਲੱਗਿਆਂ ਫਿਰ ਮਹਾਰਾਜ ਨੇ ਵੀ ਕੋਈ ਦੇਰੀ ਨਹੀਂ ਲਾਈ ਹੈ। ਅੱਖ ਖੋਲ੍ਹਣ ਤੇ ਮੀਟਣ ਦੇ ਫੁਰਕਣ ਦੇ ਸਮੇਂ ਤੋਂ ਵੀ ਪਹਿਲਾਂ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਇਸ ਭਿਆਨਕ ਕਿਹੜੀ ਸ਼ੇਰ ਦੇ ਉੱਪਰ ਮਹਾਰਾਜ ਜੀਆਂ ਨੇ ਸੱਜੇ ਹੱਥ ਦੇ ਨਾਲ ਫਿਰ ਤਲਵਾਰ ਦਾ ਬੜਾ ਭਾਰੀ ਭਰਕਮ ਵਾਰ ਮਹਾਰਾਜ ਨੇ ਕੀਤਾ ਹੈ। ਉੱਚੀ ਛਾਲ ਢਾਲ ਪਰ ਲੈ ਕੇ ਕਹਿਣ ਲੱਗੇ ਵੀ ਛਾਲ ਤੇ ਬੜੀ ਉੱਚੀ ਮਾਰੀ ਹੈ, ਪਰ ਮਹਾਰਾਜ ਨੇ ਇਹਦੀ ਛਾਲ ਨੂੰ ਆਪਣੀ ਢਾਲ ਦੇ ਉੱਪਰ ਪਾਤਸ਼ਾਹ ਜੀ ਨੇ ਉਸ ਵੇਲੇ ਸਾਂਭ ਲਿਆ। ਦੋ ਲੱਤਾਂ ਸ਼ੇਰ ਦੀਆਂ ਥੱਲੇ ਧਰਤੀ ਤੇ ਲੱਗੀਆਂ ਹੋਈਆਂ, ਅਗਲੇ ਦੋਨੇ ਪੰਜੇ ਮਹਾਰਾਜ ਦੀ ਢਾਲ ਦੇ ਉੱਪਰ ਇਸ ਦੇ ਪਏ ਹੋਏ। ਕਹਿਣ ਲੱਗੇ ਜਦੋਂ ਇਸ ਤਰ੍ਹਾਂ ਲੰਮਾ ਸਰੀਰ ਕਰਕੇ ਸਤਿਗੁਰਾਂ ਦੇ ਉੱਪਰ ਡਿੱਗਣ ਦਾ ਇਸ ਨੇ ਯਤਨ ਕੀਤਾ ਹੈ। ਕਰਿਓ ਪ੍ਰਹਾਰ ਆਪ ਬਲ ਕਹਿ ਕੇ ਤੇ ਸਤਿਗੁਰੂ ਪਾਤਸ਼ਾਹ ਨੇ ਫਿਰ ਸੰਭਾਲਿਆ ਆਪਣਾ ਬਲ, ਆਪਣੀ ਤਾਕਤ ਨੂੰ ਮਹਾਰਾਜ ਨੇ ਸੰਭਾਲ ਕੇ ਸੱਜੇ ਹੱਥ ਵਿੱਚ ਫੜਿਆ ਹੋਇਆ ਤੇਗ, ਤੇ ਮਹਾਰਾਜ ਨੇ ਤੇਗ ਨੂੰ ਫਿਰ ਬੜੀ ਜ਼ੋਰ ਦੀ ਬੜੀ ਤਾਕਤ ਦੇ ਨਾਲ ਆਪਣੇ ਹੱਥ ਦੇ ਬਾਂਹ ਦੇ ਬਲ ਨੂੰ ਸੰਭਾਲਦਿਆਂ ਹੋਇਆਂ ਸਤਿਗੁਰਾਂ ਨੇ ਫਿਰ ਤੇਗੇ ਦਾ ਵਾਰ ਕੀਤਾ ਹੈ। ਬਦਨ ਬਚਾਏ ਲੱਖ ਪਰਮਾਰਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਇਹਦੇ ਮੂੰਹ ਨੂੰ ਪਹਿਲਾਂ ਬਚਾਇਆ, ਕਿਉਂਕਿ ਇਹਦਾ ਮੂੰਹ ਸ਼ੇਰ ਦਾ ਸਤਿਗੁਰਾਂ ਨੂੰ ਖਾਣਾ ਚਾਹੁੰਦਾ। ਤੇ ਸਤਿਗੁਰਾਂ ਨੇ ਇਹਦਾ ਮੂੰਹ ਬਚਾਉਣ ਵਾਸਤੇ ਮੂੰਹ ਵਾਲੇ ਪਾਸੇ ਕਰਤੀ ਢਾਲ, ਤੇ ਮੂੰਹ ਢਾਲ ਤੇ ਆ ਕੇ ਵੱਜਾ। ਦੋਨੇ ਪੰਜੇ ਢਾਲ ਦੇ ਉੱਪਰ ਆ ਕੇ ਇਸ ਦੇ ਪਏ ਨੇ। ਲੱਕ ਪਿਛਲੇ ਬੰਨਿਓ ਕੱਲਾ ਰਹਿ ਗਿਆ, ਖਾਲੀ ਰਹਿ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੇ ਵੇਖਿਆ ਕਿ ਹੁਣ ਵਾਰ ਕਰਨ ਦਾ ਬੜਾ ਸਹੀ ਮੌਕਾ ਹੈ, ਇਹ ਮੌਕਾ ਨਹੀਂ ਜਾਣਾ ਚਾਹੀਦਾ। ਤੇ ਉਹਦੇ ਧੜ ਦੇ ਵਿਚਕਾਰ ਲੱਕ ਦੇ ਪਾਤਸ਼ਾਹ ਜੀ ਨੇ ਫਿਰ ਆਪਣੀ ਤੇਗ ਦਾ ਵਾਰ ਕੀਤਾ ਹੈ। ਬਹਿਓ ਘਾਵ ਜਿਮ ਸਾਬਨ ਤੇ ਤਾਰਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਮਹਾਰਾਜ ਦੇ ਹੱਥੋਂ ਚੱਲੀ ਹੋਈ ਤਲਵਾਰ ਫਿਰ ਇਸ ਤਰ੍ਹਾਂ ਨਿਕਲੀ ਇਹਦੇ ਪੇਟ ਦੇ ਆਰ ਪਾਰ, ਜਿਵੇਂ ਕਹਿਣ ਲੱਗੇ ਸਾਬਣ ਦੇ ਵਿੱਚੋਂ ਤਾਰ ਨਿਕਲ ਜਾਂਦੀ ਹੈ ਨਾ ਗੁਰਮੁਖੋ, ਤੇ ਸਾਬਣ ਨੂੰ ਦੋ ਟੁਕੜਿਆਂ ਵਿੱਚ ਵੰਡ ਦਿੰਦੀ ਹੈ। ਧੰਨ ਦਸਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਹੱਥੋਂ ਫਿਰ ਕਹਿਣ ਲੱਗੇ ਤੇਗਾ ਇਸ ਤਰ੍ਹਾਂ ਚੱਲਿਆ ਹੈ। ਪਿਛਲੇ ਪਾਇਨ ਪਰ ਗਿਰ ਰਹੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸ ਵੇਲੇ ਬੜੀ ਜ਼ੋਰ ਦੇ ਨਾਲ ਤੇਗਾ ਚਲਾਇਆ, ਤੇ ਕਹਿਣ ਲੱਗੇ ਸ਼ੇਰ ਦੇ ਦੋ ਟੋਟੇ ਹੋ ਗਏ। ਅਗਲਾ ਹਿੱਸਾ ਢਾਲ ਦੇ ਉੱਪਰ ਪਿਆ ਹੋਇਆ, ਤੇ ਪਿਛਲਾ ਹਿੱਸਾ ਵੱਢ ਕੇ ਤਲਵਾਰ ਦੇ ਨਾਲ ਤੇ ਧਰਤੀ ਤੇ ਡਿੱਗ ਪਿਆ। ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਜਿਹੜਾ ਕਿਹੜੀ ਸ਼ੇਰ ਹੁਣੇ ਸਾਰਿਆਂ ਨੂੰ ਪਹਿਲਾਂ ਡਰਾਉਂਦਾ ਪਿਆ ਸੀ, ਆਪਣਾ ਭਿਆਨਕ ਰੂਪ ਵਿਖਾ ਕੇ ਗਰਜਦਾ ਪਿਆ ਹੈ, ਆਪਣੇ ਧੌਣ ਦੇ ਵਾਲ ਨੂੰ ਹਿਲਾਉਂਦਾ ਹੈ। ਕਹਿਣ ਲੱਗੇ ਐਸਾ ਕਿਹੜੀ ਸ਼ੇਰ ਮਹਾਰਾਜ ਜੀਆਂ ਨੇ ਨਾ ਤੀਰ ਦੇ ਨਾਲ, ਨਾ ਤਲਵਾਰ ਦੇ, ਨਾ ਤੀਰ ਦੇ ਨਾਲ ਤੇ ਨਾ ਬੰਦੂਕ ਦੇ ਨਾਲ, ਕੇਵਲ ਆਪਣੀ ਤਲਵਾਰ ਦੇ ਨਾਲ ਮਹਾਰਾਜ ਸਾਹਿਬ ਜੀਆਂ ਨੇ ਇਹੋ ਜਿਹਾ ਭਾਰੀ ਭਰਕਮ ਵਾਰ ਕੀਤਾ ਕਿ ਸ਼ੇਰ ਦੇ ਦੋ ਹਿੱਸੇ ਕਰਕੇ, ਦੋ ਟੋਟੇ ਕਰਕੇ ਲੱਕ ਦੇ ਵਿੱਚੋਂ ਅਗਲੀਆਂ ਦੋ ਲੱਤਾਂ ਇੱਕ ਧੜ ਦੇ ਨਾਲ ਤੇ ਪਿਛਲੀਆਂ ਦੋ ਲੱਤਾਂ ਪਿਛਲੇ ਧੜ ਦੇ ਨਾਲ ਇਸ ਤਰ੍ਹਾਂ ਦੋ ਹਿੱਸਿਆਂ ਵਿੱਚ ਵੰਡ ਕੇ ਸ਼ੇਰ ਨੂੰ ਥੱਲੇ ਸੁੱਟਿਆ ਹੈ। ਖਤ ਅਚੰਭਾ ਸਭ ਨੇ ਲਹਿਓ। ਤੇ ਜਦੋਂ ਮਹਾਰਾਜ ਨੇ ਕੌਤਕ ਵਰਤਾਇਆ ਨਾ ਗੁਰਮੁਖੋ, ਤੇ ਸਾਰੇ ਵੇਖ ਕੇ ਬੜੇ ਹੈਰਾਨ ਹੋ ਗਏ। ਇਸ ਤਰੀਕੇ ਦੇ ਨਾਲ ਸ਼ੇਰ ਕਿਸੇ ਨੇ ਵੀ ਨਹੀਂ ਮਾਰਿਆ। ਮਾਰਿਆ ਹੋਵੇਗਾ ਕਿਸੇ ਨੇ ਲੋਕੇ ਗੋਲੀ ਚਲਾਈ ਹੋਵੇਗੀ, ਤੀਰ ਚਲਾਇਆ ਹੋਵੇਗਾ, ਪਰ ਸਾਹਮਣੇ ਸ਼ੇਰ ਦੇ ਖਲੋ ਕੇ ਉਹਦੇ ਵਜਨ ਨੂੰ ਆਪਣੇ ਉੱਪਰ ਝੱਲ ਕੇ ਤੇ ਫਿਰ ਤੇਗੇ ਦਾ ਵਾਰ ਕਰਨਾ ਅਤੇ ਆਮਣੋ ਸਾਹਮਣਾ ਮੁਕਾਬਲਾ ਕਰਨਾ, ਇਸ ਤਰ੍ਹਾਂ ਤਰੀਕੇ ਦੇ ਨਾਲ ਕਿਸੇ ਨੇ ਸ਼ੇਰ ਦਾ ਸ਼ਿਕਾਰ ਨਹੀਂ ਕੀਤਾ। ਦੁਨੀਆ ਬਥੇਰੀ ਬੱਕਰਿਆਂ ਸ਼ਕਰਿਆਂ ਦਾ ਜਾਂ ਹੋਰ ਨਿੱਕੇ ਮੋਟੇ ਜਾਨਵਰਾਂ ਦਾ ਸ਼ਿਕਾਰ ਕਰਦੀ ਹੈ, ਪਰ ਸ਼ੇਰ ਦਾ ਸ਼ਿਕਾਰ ਜੇ ਕੀਤਾ ਤੇ ਉਹ ਸ਼ੇਰ ਪਾਤਸ਼ਾਹ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਐਸੇ ਨੇ ਜਿਨ੍ਹਾਂ ਨੇ ਸ਼ੇਰ ਦਾ ਮੁਕਾਬਲਾ ਕੀਤਾ। ਪਾਤਸ਼ਾਹ ਨੇ ਫਿਰ ਐਸੀ ਉਸ ਵੇਲੇ ਤਲਵਾਰ ਬਾਹੀ ਹੈ। ਜੁਗਮ ਨਰਿੰਦਮ ਤੰਗ ਧਵਾਏ। ਤੇ ਕਹਿਣ ਲੱਗੇ ਮਤੰਗ ਧਵਾਏ, ਜਿਹੜੇ ਦੋਨੇ ਇਹ ਰਾਜੇ ਸਨ, ਸ਼ੇਰ ਦਾ ਭਿਆਨਕ ਰੂਪ ਵੇਖ ਕੇ ਪਹਿਲਾਂ ਹੀ ਹਾਥੀਆਂ ਦੇ ਉੱਪਰ ਚੜ੍ਹ ਗਏ ਵੀ ਜੇ ਸ਼ੇਰ ਥੱਲੇ ਪਵੇਗਾ ਤੇ ਥੱਲੇ ਵਾਲਿਆਂ ਨੂੰ ਹੀ ਨੁਕਸਾਨ ਪਹੁੰਚਾਵੇਗਾ, ਅਸੀਂ ਹਾਥੀ ਦੇ ਉੱਪਰ ਉੱਚੇ ਬੈਠੇ ਰਵਾਂਗੇ, ਸਾਡਾ ਨੁਕਸਾਨ ਕੋਈ ਨਹੀਂ ਹੋਵੇਗਾ। ਇੱਧਰੋਂ ਮਹਾਰਾਜ ਨੇ ਤੇਗਾ ਚਲਾਇਆ, ਉੱਧਰੋਂ ਦੋਨੇ ਰਾਜੇ ਜਿਹੜੇ ਹਾਥੀਆਂ ਤੇ ਬੈਠੇ ਹੋਏ ਛੇਤੀ ਨਾਲ ਮੁਹਾਵਤ ਨੂੰ ਹੁਕਮ ਦਿੱਤਾ ਕਿ ਹਾਥੀ ਨੂੰ ਦੜਾਉਣਾ ਕਰੋ। ਪਹੁੰਚ ਸਮੀਪ ਦੇਖ ਹਰ ਖਾਏ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿੱਥੇ ਖਲੋਤੇ ਸਨ ਸ਼ੇਰ ਨੂੰ ਮਾਰਨ ਵਾਸਤੇ, ਮਰਿਆ ਹੋਇਆ ਸ਼ੇਰ ਵੇਖ ਕੇ, ਨੰਗੀ ਤੇਗ ਮਹਾਰਾਜ ਦੇ ਹੱਥ ਵਿੱਚ ਖੂਨ ਦੀ ਲਿਬੜੀ ਹੋਈ ਵੇਖ ਕੇ ਇਹ ਰਾਜੇ ਬੜੀ ਛੇਤੀ ਆਪਣੇ ਹਾਥੀ ਲੈ ਕੇ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਮਹਾਰਾਜ ਖਲੋਤੇ ਹੋਏ ਸਨ। ਵੇਖ ਕੇ ਉਸ ਵੇਲੇ ਬੜੇ ਹੈਰਾਨ ਹੋਏ ਹਨ। ਧੰਨ ਧੰਨ ਪ੍ਰਭ ਬੜੇ ਦਲੇਰ। ਤੇ ਫਿਰ ਮੁਖੋਂ ਕਹਿਣਾ ਹੀ ਪਿਆ, ਕਹਿਣ ਲੱਗੇ ਸਤਿਗੁਰੂ ਆਪ ਜੀ ਧੰਨ ਹੋ, ਧੰਨ ਹੋ, ਧੰਨ ਹੋ। ਆਪ ਜੀ ਵਰਗੀ ਦਲੇਰੀ, ਨਿਰਭੈਤਾ,
ਨਿਡਰਤਾ ਕਿਸੇ ਵਿੱਚ ਨਹੀਂ ਹੈ, ਐਸੇ ਆਪ ਜੀ ਕੌਤਕ ਕਰਦੇ ਹੋ। ਤੁਮ ਬਿਨ ਕੌਣ ਹਤੈ ਅਸ ਸ਼ੇਰ। ਮਹਾਰਾਜ ਤੁਹਾਡੇ ਬਿਨਾ ਇਹ ਕੋਈ ਸ਼ੇਰ ਮਾਰ ਨਹੀਂ ਸੀ ਸਕਦਾ, ਇਹ ਬੜਾ ਭਿਆਨਕ ਸ਼ੇਰ, ਔਰ ਸਾਰਿਆਂ ਰਿਆਸਤਾਂ ਵਿੱਚ ਇਸ ਨੇ ਬੜਾ ਦੁੱਖ ਪਹੁੰਚਾਇਆ ਹੋਇਆ, ਪਰ ਕਿਸੇ ਵਿੱਚ ਇੰਨੀ ਹਿੰਮਤ ਨਹੀਂ ਸੀ ਵੀ ਇਹ ਸ਼ੇਰ ਦਾ ਕੋਈ ਸ਼ਿਕਾਰ ਕਰੇ। ਪਾਤਸ਼ਾਹ ਤੁਹਾਡੇ ਬਿਨਾ ਇਹ ਕਿਸੇ ਨੂੰ ਸੋਭਾ ਨਹੀਂ ਬਣਦੀ ਹੈ। ਅਵਨੀ ਤਲ ਮਹਿ ਆਪ ਮਨਿੰਦ। ਤੇ ਮਹਾਰਾਜ ਜੀ ਉਹ ਧਰਤੀ ਦੇ ਉੱਪਰ ਆਪ ਜੀ ਵਰਗਾ ਐਸਾ ਕੋਈ ਬਹਾਦਰ ਸੁਣਿਓ ਨਾ ਦੇਖਿਓ ਕਿਤੋਂ ਬਿਲੰਦ। ਨਾ ਵੇਖਿਆ ਤੇ ਨਾ ਸੁਣਿਆ, ਰਾਜੇ ਕਹਿੰਦੇ ਪਏ ਦੋਨੇ ਹੀ। ਮਹਾਰਾਜ ਤੁਹਾਡੇ ਵਰਗਾ ਬਹਾਦਰ ਨਾ ਅਸੀਂ ਕੰਨਾਂ ਵਿੱਚ ਸੁਣਿਆ ਤੇ ਨਾ ਅੱਖਾਂ ਨਾਲ ਦੇਖਿਆ। ਐਸੀ ਤੁਹਾਡੀ ਬਹਾਦਰੀ, ਐਸੀ ਜਿਹੜੀ ਵੀਰਮਤਾਈ ਹੈ, ਉਹ ਮਹਾਰਾਜ ਕਿਸੇ ਵਿੱਚ ਨਹੀਂ ਹੈ। ਅਸ ਕੇਹਰ ਦੀਰਘ ਨਹਿ ਹੇਰਾ। ਮਹਾਰਾਜ ਨਾ ਹੀ ਅਸੀਂ ਕਦੇ ਇਹੋ ਜਿਹਾ ਭਿਆਨਕ ਸ਼ੇਰ ਵੇਖਿਆ। ਸ਼ੇਰ ਤੇ ਬੜੇ ਵੇਖੇ ਹੋਣਗੇ ਜੰਗਲ ਵਿੱਚ ਨਿੱਕੇ ਮੋਟੇ, ਪਰ ਇੰਨੇ ਵੱਡੇ ਕੱਦ ਕਾਠ ਵਾਲਾ, ਇੰਨੇ ਜ਼ਿਆਦੇ ਬਲ ਵਾਲਾ ਭਿਆਨਕ ਸ਼ੇਰ ਵੀ ਮਹਾਰਾਜ ਨਹੀਂ ਅਸੀਂ ਵੇਖਿਆ ਜਿਹਦਾ ਆਪ ਜੀ ਨੇ ਸ਼ਿਕਾਰ ਕੀਤਾ ਹੈ। ਦਾਰਨ ਦਾੜਨ ਓਜ ਕਨੇਰਾ। ਤੇ ਸਤਿਗੁਰੂ ਪਾਤਸ਼ਾਹ ਜੀ ਇਸ ਦੀਆਂ ਵੱਡੀਆਂ ਵੱਡੀਆਂ ਦਾੜਾਂ ਤੇ ਬਹੁਤਾ ਜ਼ਿਆਦਾ ਬਲ ਸ਼ੇਰ ਦਾ ਦਿਖਾਈ ਦਿੰਦਾ ਹੈ। ਕਰਿਓ ਸੰਘਾਰਨ ਤੂਰਨ ਐਸੇ। ਪਰ ਮਹਾਰਾਜ ਜੀ ਆਪ ਜੀਆਂ ਨੇ ਤੇ ਬੜੀ ਛੇਤੀ ਐਸੇ ਭਿਆਨਕ ਸ਼ੇਰ ਨੂੰ ਮਾਰ ਲੈਣਾ ਕੀਤਾ ਹੈ। ਸ਼ਾਂਗ ਬਹੀਨੋ ਬਲ ਤੇ ਜੈਸੇ। ਕਹਿਣ ਲੱਗੇ ਵੀ ਜਿਸ ਤਰੀਕੇ ਦੇ ਨਾਲ ਜਿਵੇਂ ਕੋਈ ਨਿਰਬਲ ਬੱਕਰਾ ਵੱਢੀਦਾ ਨਾ, ਬੱਕਰਾ ਵਿਚਾਰਾ ਕਮਜ਼ੋਰ ਹੋਵੇ ਨਾ ਤੇ ਵੱਢਣ ਵਾਲੇ ਝਾਟੀ ਲਾਉਂਦੇ, ਟੋਕੇ ਦਾ ਇੱਕੋ ਹੀ ਵਾਰ ਕਰਦੇ ਤੇ ਬੱਕਰਾ ਵੱਢਿਆ ਜਾਂਦਾ। ਬੱਕਰੇ ਨੇ ਕਿਹੜਾ ਅੱਗੋਂ ਵਾਰ ਕਰਨਾ। ਮਹਾਰਾਜ ਜੀ ਆਪ ਜੀ ਨੇ ਸ਼ੇਰ ਦਾ ਸ਼ਿਕਾਰ ਇਸ ਤਰੀਕੇ ਨਾਲ ਕੀਤਾ ਜਿਵੇਂ ਕੋਈ ਨਿਰਬਲ ਬੱਕਰੇ ਨੂੰ ਵੱਢਦਾ ਹੈ। ਐਸਾ ਆਪ ਜੀ ਨੇ ਬਹਾਦਰਤਾਈ ਵਿਖਾਈ ਹੈ। ਸ਼੍ਰੀ ਕਲਗੀਧਰ ਤਵੈ ਸੁਨਾਇਓ। ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਇਹਦਾ ਸ਼ਿਕਾਰ ਅਸੀਂ ਕਰਨਾ ਸੀ, ਕਿਉਂਕਿ ਸਾਡੇ ਹੱਥੋਂ ਸ਼ਿਕਾਰ ਹੋ ਕੇ ਇਹਦਾ ਭਲਾ ਹੋਣਾ ਹੈ। ਉਸ ਵੇਲੇ ਰਾਜਿਆਂ ਨੇ ਪੁੱਛਿਆ, ਕਹਿਣ ਲੱਗੇ ਮਹਾਰਾਜ ਫਿਰ ਇਹਦੇ ਵਿੱਚ ਕੋਈ ਰਮਜ ਹੋਈ ਨਾ, ਕੋਈ ਰਾਜ ਹੈ ਨਾ ਜਿਹੜਾ ਸਾਨੂੰ ਨਹੀਂ ਪਤਾ। ਤੇ ਪਾਤਸ਼ਾਹ ਫਿਰ ਦੱਸੋ ਵੀ ਇਹਦੇ ਵਿੱਚ ਰਮਜ ਕੀ ਹੈ, ਇਹ ਸ਼ੇਰ ਕੌਣ ਹੈ ਜਿਹਨੂੰ ਤੁਸੀਂ ਮਾਰਿਆ ਹੈ, ਕਿਵੇਂ ਇਹਦਾ ਉਧਾਰ ਕੀਤਾ। ਮਹਾਰਾਜ ਇਹਦੀ ਕੋਈ ਪਿਛਲੇ ਜਨਮ ਦੀ ਕੋਈ ਸਾਖੀ, ਕੋਈ ਘਟਨਾ ਜਿਸ ਕਰਕੇ ਇਸ ਨੂੰ ਸ਼ੇਰ ਦੀ ਜੂਨੀ ਮਿਲੀ ਹੈ, ਆਪ ਜੀ ਕਿਰਪਾ ਕਰਕੇ ਦੱਸੋ। ਤੇ ਤੁਹਾਨੂੰ ਦਸਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਲਓ ਭਾਈ, ਫਿਰ ਇਹਦਾ ਜਿਹੜਾ ਪਿਛਲਾ ਜੀਵਨ ਹੈ ਨਾ, ਸ਼ੇਰ ਦਾ ਜਨਮ ਕਿਵੇਂ ਮਿਲਿਆ ਤੇ ਸਾਡੇ ਹੱਥੋਂ ਇਹਦੀ ਮੌਤ ਕਿਵੇਂ ਹੋਈ ਹੈ, ਉਹ ਆਪ ਜੀ ਨੂੰ ਅਸੀਂ ਦੱਸਦੇ ਹਾਂ। ਇਹ ਪਾਂਡਵ ਕੁਲ ਮੈਂ ਨਰ ਜਾਇਓ। ਕਹਿਣ ਲੱਗੇ ਵੀ ਇਹ ਪਾਂਡਵਾਂ ਦੀ ਕੁਲ ਦੇ ਵਿੱਚ ਪੈਦਾ ਹੋਇਆ ਸੀ। ਦੁਆਪਰ ਯੁੱਗ ਦੇ ਵਿੱਚ ਪਾਂਡਵ ਹੋਏ ਨਾ, ਅਰਜੁਨ ਹੋਣੀ, ਭੀਮ ਹੋਣੀ, ਵੀ ਉਹਨਾਂ ਦੀ ਕੁਲ ਵਿੱਚ, ਉਹਨਾਂ ਦੇ ਖਾਨਦਾਨ ਦੇ ਵਿੱਚ ਇਹ ਪੈਦਾ ਹੋਇਆ ਹੈ। ਭਾਰਤ ਮੈਂ ਮਰ ਰਹਿਓ ਕੁਢਾਲਾ। ਤੇ ਕਹਿਣ ਲੱਗੇ ਵੀ ਇਹ ਭਾਰਤ ਮੈਂ ਮਰ ਰਹਿਓ ਘੁਟਾਲਾ, ਇਹ ਭਾਰਤ ਦੇ ਵਿੱਚ ਖੋਟੀ ਤਰੀਕੇ ਦੇ ਨਾਲ ਉਸ ਵੇਲੇ ਮਰਿਆ। ਭਾਬੀ ਬਸਤੇ ਧਰ ਤਨ ਜਲ। ਤੇ ਕਹਿਣ ਲੱਗੇ ਬਹੁਤੇ ਸਰੀਰ ਇਸ ਨੇ ਧਾਰੇ ਸੀ, ਇਹਦੇ ਕੋਲ ਕੋਈ ਇਹੋ ਜਿਹੀ ਸ਼ਕਤੀ ਸੀ, ਕੋਈ ਰਸਾਇਣ, ਕੋਈ ਰਿਧੀ ਸੀ ਇਹੋ ਜਿਹੀ, ਵੀ ਬਹੁਤੇ ਸਰੀਰ ਇਸ ਨੇ ਆਪਣੇ ਬਣਾ ਲਏ ਸਨ। ਪਾਸ਼ਲ ਜਨਮ ਹੋਤੋ ਇਸ ਕੇਰਾ। ਤੇ ਕਹਿਣ ਲੱਗੇ ਇਸ ਦਾ ਪਿਛਲਾ ਜਨਮ ਅੰਤਲਾ ਹੈ ਸੀ, ਜਿਹੜਾ ਪਿੱਛੇ ਇਸ ਨੇ ਜਨਮ ਧਾਰਨ ਕੀਤਾ ਹੈ। ਕੀ ਹਰ ਭਇਓ ਕਰਾਲ ਵਡੇਰਾ। ਇਸ ਕਰਕੇ ਬਹੁਤ ਵੱਡਾ ਕਹਿਣ ਲੱਗੇ ਵੀ ਇਹ ਕਿਹਰੀ ਸ਼ੇਰ ਹੋਇਆ, ਬੜਾ ਭਿਆਨਕ ਹੋਇਆ ਹੈ। ਅਬ ਮ੍ਰਿਤ ਹੋਏ ਭਲੀ ਗਤ ਲਹੀ। ਹੁਣ ਇਹ ਸਾਡੇ ਹੱਥੋਂ ਮਰਿਆ ਹੈ ਤੇ ਇਸ ਨੂੰ ਹੁਣ ਜਿਹੜੀ ਗਤ ਹੈ ਨਾ, ਮੁਕਤੀ ਪ੍ਰਾਪਤ ਹੋਈ ਹੈ। ਜਗ ਮਹਿ ਬਹੁਰ ਜਨਮ ਇਸ ਨਹੀਂ। ਹੁਣ ਇਹਦਾ ਜਨਮ ਨਹੀਂ ਹੋਵੇਗਾ। ਮਹਾਰਾਜ ਕਹਿਣ ਲੱਗੇ ਵੀ ਪਾਂਡਵਾਂ ਦੀ ਕੁਲ ਵਿੱਚ ਇਹ ਪੈਦਾ ਹੋਇਆ ਸੀ, ਪਰ ਇਹਨੇ ਕੋਈ ਕਰਮ ਹੀ ਇਹੋ ਜਿਹਾ ਕੀਤਾ ਵੀ ਇਹਦੀ ਉਦੋਂ ਮੁਕਤੀ ਨਹੀਂ ਹੋਈ, ਇਹਨੂੰ ਕਈ ਜਨਮ ਲੈਣੇ ਪਏ ਤੇ ਫਿਰ ਉਹਨਾਂ ਜਨਮਾਂ ਵਿੱਚੋਂ ਇਹਦੀ ਮੁਕਤੀ ਕਰਨੀ। ਇਸ ਕਰਕੇ ਸਾਡੇ ਹਿੱਸੇ ਆਇਆ। ਇਹਨੇ ਪਹਿਲਾਂ ਕਈ ਜਨਮ ਲਏ ਨੇ, ਪਰ ਇਸ ਵਾਰੀ ਇਹ ਜਿਹੜੇ ਸ਼ੇਰ ਜੂਨੀ ਵਿੱਚ ਆਇਆ, ਫਿਰ ਇਹਦਾ ਅਸੀਂ ਹੁਣ ਇਸ ਵੇਲੇ ਹੱਤਿਆ ਕਰਕੇ, ਇਹਦਾ ਸ਼ਿਕਾਰ ਕਰਕੇ ਇਹਨੂੰ ਸਦਾ ਵਾਸਤੇ ਮੁਕਤ ਕਰ ਦਿੱਤਾ। ਹੁਣ ਅੱਗੇ ਜਨਮਾਂ ਵਿੱਚ ਨਹੀਂ ਆਏਗਾ। ਸੁਣ ਕਰ ਧਨ ਧਨ ਸਭ ਕਹੈ। ਸੁਣ ਕੇ ਮਹਾਰਾਜ ਤੋਂ ਸਾਰੇ ਧੰਨ ਧੰਨ ਕਹਿੰਦੇ ਹਨ। ਮਹਾ ਪ੍ਰਤਾਪ ਪਵਾਨ ਮਲ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਮਹਾ ਪ੍ਰਤਾਪਵਾਨ, ਬੜੇ ਪ੍ਰਤਾਪੀ ਨੇ, ਇਹ ਰਾਜਿਆਂ ਨੇ ਮਨਵੇ ਜਾਣਿਆ ਹੈ। ਤਹਿ ਚਵਾਏ ਪਾਂਪੜੇ ਲਿਆਏ। ਕਹਿਣ ਲੱਗੇ ਵੀ ਸ਼ੇਰ ਨੂੰ ਉੱਥੇ ਨਹੀਂ ਛੱਡਿਆ। ਰਾਜਿਆਂ ਨੇ ਸਿਪਾਹੀਆਂ ਨੂੰ ਹੁਕਮ ਕੀਤਾ ਵੀ ਸ਼ੇਰ ਨੂੰ ਚੱਕ ਲਓ, ਨਾਲ ਹੀ ਚੱਲ ਕੇ ਸ਼ਹਿਰ ਵਿੱਚ ਵਿਖਾਈਏ, ਪੌਂਟੇ ਦੇ ਲੋਕਾਂ ਨੂੰ ਵਿਖਾਈਏ ਵੀ ਆਹ ਵੇਖੋ ਐਡਾ ਵੱਡਾ ਸ਼ੇਰ ਮਹਾਰਾਜ ਨੇ ਸੰਘਾਰਿਆ ਹੈ। ਕਰਤ ਬਤਕ ਨਿਰਪ ਜੋਤ ਪ੍ਰਭ ਆਏ। ਤੇ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਬਾਤਚੀਤ ਕਰਦਿਆਂ, ਗੱਲਾਂ ਬਾਤਾਂ ਕਰਦਿਆਂ ਰਾਜੇ ਮਹਾਰਾਜ ਦੇ ਨਾਲ ਆਉਂਦੇ ਹਨ। ਉਤਰੇ ਨਿਜ ਨਿਜ ਸਗਲ ਠਿਕਾਣੇ। ਆਪੋ ਆਪਣੇ ਟਿਕਾਣੇ ਤੇ ਆ ਕੇ ਉਤਰੇ ਹਨ। ਮਿਲ ਆਪਸ ਮੈਂ ਸੁਜਸ ਵਖਾਨੇ। ਆਪਣੇ ਵਿੱਚ ਦੂਜਿਆਂ ਦੇ ਵਿੱਚ ਮਹਾਰਾਜ ਦਾ ਬੜਾ ਭਾਰੀ ਜਸ ਕਹਿੰਦੇ ਹਨ। ਸਗਰੇ ਲੋਕ ਕਿਹਰੀ ਹੀਰਾ। ਸਾਰੇ ਲੋਕ ਇਸ ਸ਼ੇਰ ਨੂੰ ਵੇਖਦੇ। ਗੁਰਮੁਖੋ ਅੱਜ ਵੀ ਜੇ ਤੁਸੀਂ ਪੌਂਟਾ ਸਾਹਿਬ ਜਾਂਦੇ ਨਾ ਦਰਸ਼ਨ ਕਰਨ ਵਾਸਤੇ, ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਨਾਮ ਹੈ ਸ਼ੇਰਗਾਹ।
ਇਹ ਉਹ ਜਗ੍ਹਾ ਹੈ ਜਿੱਥੇ ਧੰਨ ਦਸਵੇਂ ਪਾਤਸ਼ਾਹ ਨੇ ਸ਼ੇਰ ਦਾ ਸ਼ਿਕਾਰ ਕੀਤਾ। ਅੱਜ ਵੀ ਸਤਿਗੁਰਾਂ ਦੀ ਯਾਦ ਵਿੱਚ ਉਹ ਯਾਦਗਾਰ ਬਣੀ ਹੋਈ ਹੈ ਮਹਾਰਾਜ ਸਾਹਿਬ ਜੀਆਂ ਦੀ। ਅਤੇ ਕੁਝ ਪੁਰਾਤਨ ਨਿਸ਼ਾਨੀਆਂ ਜਿੱਥੇ ਮਹਾਰਾਜ ਨੇ ਸ਼ੇਰ ਦਾ ਸ਼ਿਕਾਰ ਕੀਤਾ, ਉਸੇ ਤਰ੍ਹਾਂ ਉਹ ਜਗ੍ਹਾ ਜਿਹੜੀ ਹੈ ਸਾਨੂੰ ਵੇਖਣ ਵਾਸਤੇ ਮਿਲਦੀ ਹੈ। ਪਾਉਂਟਾ ਸਾਹਿਬ ਦੀ ਧਰਤੀ 'ਤੇ ਸ਼ਹਿਰ ਤੋਂ ਬਾਹਰ ਇਹ ਗੁਰੂ ਘਰ ਬਣਿਆ। ਗੁਰੂ ਘਰ ਦਾ ਨਾਮ ਵੀ ਸ਼ੇਰਗਾਹ ਹੀ ਹੈ। ਜਦੋਂ ਆਪਾਂ ਭੰਗਾਣੀ ਸਾਹਿਬ ਦਾ ਸਥਾਨ ਵੇਖਣ ਜਾਂਦੇ ਹਨ ਜਿੱਥੇ ਮਹਾਰਾਜ ਨੇ ਜੰਗ ਕੀਤਾ, ਉਸੇ ਪਾਸੇ ਇਹ ਵੀ ਗੁਰੂ ਘਰ ਬਣਿਆ ਹੋਇਆ ਹੈ। ਭੰਗਾਣੀ ਸਾਹਿਬ ਦਾ ਜਿੱਥੇ ਜੰਗ ਹੋਇਆ ਉਹ ਵੀ, ਅਤੇ ਜਿੱਥੇ ਸ਼ੇਰ ਦਾ ਸ਼ਿਕਾਰ ਕੀਤਾ ਇਹ ਵੀ। ਇਹ ਸਾਰੇ ਗੁਰਦੁਆਰੇ ਗੁਰੂ ਘਰ ਜਿਹੜੇ ਮਹਾਰਾਜ ਦੇ ਸਤਿਗੁਰਾਂ ਦੇ ਐਸੇ ਕੌਤਕਾਂ ਦੇ ਨੇੜੇ ਨੇੜੇ ਬਣੇ ਹੋਏ ਹਨ। ਮਾਰਨ ਤੇ ਬਿਸਮਾਏ ਵਡੇਰਾ, ਸਤਿਗੁਰਾਂ ਨੇ ਮਾਰਿਆ ਸ਼ੇਰ ਤੇ ਸਾਰੇ ਬਹੁਤ ਜ਼ਿਆਦਾ ਹੈਰਾਨ ਹਨ। 100 ਦਿਨ ਬੀਤਿਓ ਨਿਸਾ ਬਿਤਾਈ। ਕਹਿਣ ਲੱਗੇ ਵੀ ਅੱਜ ਸ਼ੇਰ ਦਾ ਸ਼ਿਕਾਰ ਕਰਕੇ ਆਏ ਤੇ ਸਾਰਾ ਦਿਨ ਇਸੇ ਵਿੱਚ ਬਤੀਤ ਹੋ ਗਿਆ ਹੈ। ਵਿਦਾ ਹੋਏ ਪੁੰਨ ਦੋਨੋਂ ਹਰਾਈ। ਅਗਲਾ ਦਿਨ ਚੜ੍ਹਿਆ ਤੇ ਦੋਨੇ ਰਾਜਿਆਂ ਦੀ ਮਹਾਰਾਜ ਨੇ ਸੰਧੀ ਕਰਵਾ ਦਿੱਤੀ, ਮਿਲਾਪ ਕਰਵਾ ਦਿੱਤਾ, ਦੁਸ਼ਮਣੀ ਮਿਟਾ ਕੇ ਪ੍ਰੇਮ ਬਣਾ ਦਿੱਤਾ। ਦੋਨੇ ਜਾਣੇ ਮਹਾਰਾਜ ਨੂੰ ਨਮਸਕਾਰ ਕਰਕੇ ਆਪੋ ਆਪਣੇ ਰਾਜਧਾਨੀਆਂ ਨੂੰ ਚਲੇ ਗਏ ਹਨ। ਜਬ ਦਰਬਾਰ ਲੱਗਿਓ ਤਬ ਆਏ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਦਰਬਾਰ ਲੱਗਾ ਹੈ। ਕਰ ਬੰਧਨ ਕੋ ਬੈਨ ਸੁਨਾਏ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਮੱਥਾ ਟੇਕ ਕੇ ਹੁਣ ਵਿਦਾਇਗੀ ਲੈਣੀ ਹੈ ਨਾ ਆਪੋ ਆਪਣੇ ਰਾਜ ਨੂੰ ਜਾਣ ਵਾਸਤੇ। ਸਤਿਗੁਰਾਂ ਨੇ ਅਗਲੇ ਦਿਨ ਦਾ ਦੀਵਾਨ ਸਜਾਇਆ ਤੇ ਮਹਾਰਾਜ ਕੋਲ ਆ ਕੇ ਬੈਠੇ, ਆ ਕੇ ਬੇਨਤੀ ਕਰਦੇ ਹਨ। ਦੇਗ ਹੇਤ ਲਿਓ ਹੰਤੇ ਗ੍ਰਾਮੂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਓ, ਜਿਹੜੀ ਤੁਹਾਡਾ ਲੰਗਰ ਪ੍ਰਸ਼ਾਦਾ ਤਿਆਰ ਹੁੰਦਾ ਨਾ ਤੁਹਾਡੇ ਸਿੱਖਾਂ ਦਾ, ਇਹ ਸਾਰੀ ਰਸਤ ਬਸਤ ਜਿਹੜੀ ਹੈ ਸਾਡੇ ਕੋਲੋਂ ਲਈ ਜਾਵੇ। ਤੁਸੀਂ ਅਨੰਦਪੁਰ ਸਾਹਿਬ ਤੋਂ ਨਾ ਮੰਗਾਓ। ਰਸਤਾਂ ਬਸਤਾਂ ਗੁਰੂ ਦੀਆਂ ਲੰਗਰਾਂ ਦੀਆਂ ਜਿਹੜੀਆਂ ਸਨ ਅਨੰਦਪੁਰ ਸਾਹਿਬ ਤੋਂ ਜਾਂਦੀਆਂ। ਰਾਜਿਆਂ ਨੇ ਬੇਨਤੀ ਕੀਤੀ, ਮਹਾਰਾਜ ਇਹ ਸਾਨੂੰ ਵੀ ਗੱਲ ਠੀਕ ਨਹੀਂ ਲੱਗਦੀ ਹੈ ਵੀ ਸਾਡੇ ਹੁੰਦਿਆਂ ਤੁਸੀਂ ਰਸਤ ਬਸਤ ਅਨੰਦਪੁਰ ਸਾਹਿਬ ਤੋਂ ਮੰਗਵਾਉਂਦੇ ਹੋ। ਮਹਾਰਾਜ ਸਾਡੇ ਕੋਲੋਂ ਇੱਥੇ ਸੇਵਾ ਦੇਣਾ ਕਰੋ, ਭਲੋ ਕਰੋ ਰਾਵਰ ਗੁਣ ਧਾਮੂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਸੋਹਣੀ ਜਗ੍ਹਾ ਬਣਾ ਕੇ ਤੇ ਮਹਾਰਾਜ ਸਾਡਾ ਵੀ ਭਲਾ ਕਰੋ। ਸਾਡੇ ਆ ਜਿੰਨੇ ਪਿੰਡ ਨੇ ਇਹਦੇ ਵਿੱਚੋਂ ਗ੍ਰਾਹੀ ਜਿਹੜੀ ਹੈ ਉਹ ਆਪ ਜੀ ਅੰਗੀਕਾਰ ਕਰਨੀ ਕਰੋ। ਅੰਗੀਕਾਰ ਭੇਟ ਕੋ ਕਰੋ। ਤੇ ਸਤਿਗੁਰੂ ਪਾਤਸ਼ਾਹ ਸਾਡੀਆਂ ਭੇਟਾਵਾਂ ਆਪ ਜੀ ਅੰਗੀਕਾਰ ਕਰਨੀ ਹਿਰਦੇ ਮਨੋਰਥ ਹਮਰੇ ਪੂਰੋ। ਇਹ ਸਾਡੇ ਮਨ ਦਾ ਮਨੋਰਥ ਇੱਛਾ ਤੇ ਮਹਾਰਾਜ ਇਸ ਮਨੋਰਥ ਨੂੰ ਇੱਛਾ ਨੂੰ ਆਪ ਜੀ ਪੂਰੀ ਕਰੋ। ਫਤਿਹ ਸ਼ਾਹ ਤੇ ਸੁਨਕਰ ਬਾਣੀ। ਜਦੋਂ ਫਤਿਹ ਸ਼ਾਹ ਰਾਜੇ ਨੇ ਇਹ ਗੱਲ ਆਖੀ ਨਾ ਮਹਾਰਾਜ ਨੂੰ ਵੀ ਪਾਤਸ਼ਾਹ ਜੀ ਰਸਤਾਂ ਬਸਤਾਂ ਸਾਡੇ ਕੋਲੋਂ ਲਵੋ, ਸਾਡੇ ਰਾਜ ਵਿੱਚੋਂ, ਇਹ ਬਚਨ ਜਿਸ ਵੇਲੇ ਮਹਾਰਾਜ ਨੇ ਸੁਣੇ ਹਨ। ਮੁਖ ਮੁਸਕਾਵਤ ਪ੍ਰਭੂ ਬਖਾਨੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸ ਵੇਲੇ ਹੱਸ ਕੇ ਨਾ ਖੁਸ਼ ਹੋ ਕੇ ਤੇ ਮੁਖੋਂ ਕਹਿਣ ਲੱਗੇ ਹਨ, ਗੁਰ ਘਰ ਕੀ ਤੁਮ ਸ਼ਰਨੀ ਆਵੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਜੇ ਤੁਸੀਂ ਗੁਰੂ ਘਰ ਨੂੰ ਰਸਤ ਬਸਤ ਦੇਣੀ ਚਾਹੁੰਦੇ ਹੋ ਤੇ ਫਿਰ ਗੁਰੂ ਵਾਲੇ ਵੀ ਬਣਨਾ ਪੈਣਾ ਹੈ। ਇਸ ਕਰਕੇ ਗੁਰੂ ਦੇ ਕੋਲ ਆ ਕੇ ਗੁਰੂ ਦੀ ਸ਼ਰਨ ਵਿੱਚ ਆ ਜਾਓ। ਮਨ ਕਰਕੇ ਸਰੀਰ ਕਰਕੇ ਗੁਰੂ ਵਾਲੇ ਬੰਨਾ ਕਰੋ। ਚਾਹੋ ਅਕਾਲ ਪੁਰਖ ਤੇ ਪਾਵੋ। ਜੋ ਤੁਹਾਨੂੰ ਚਾਹੀਦਾ ਹੈ ਨਾ ਅਕਾਲ ਪੁਰਖ ਦੇ ਕੋਲੋਂ ਲਓ। ਕਿ ਇਹ ਬੜੀਆਂ ਮਸਾਣਾਂ ਦੀ ਪੂਜਾ ਵਿੱਚ ਲੱਗੇ ਹੋਏ ਹੋ, ਇਹ ਦੁਨਿਆਵੀ ਪੂਜਾ ਨੂੰ ਛੱਡ ਕੇ, ਦੁਨਿਆਵੀ ਕਰਮਾਂ ਨੂੰ ਛੱਡ ਕੇ ਗੁਰੂ ਵਾਲੇ ਬਣੋ ਤੇ ਜੋ ਚਾਹੀਦਾ ਅਕਾਲ ਪੁਰਖ ਦੇ ਕੋਲੋਂ, ਨਿਰੰਕਾਰ ਦੇ ਕੋਲੋਂ ਲੈਣਾ ਕਰੋ। ਕੋਈ ਨਾ ਕਮੀ ਦੇਗ ਸਤਿਗੁਰ ਕੀ। ਤੇ ਦੂਜੀ ਗੱਲ ਇਹ ਹੈ ਵੀ ਸਾਨੂੰ ਕੋਈ ਕਮੀ ਨਹੀਂ ਹੈ। ਇਹ ਨਾ ਤੁਸੀਂ ਸੋਚੋ ਵੀ ਤੁਸੀਂ ਸਾਨੂੰ ਦਿਓਗੇ ਤੇ ਲੰਗਰ ਤਾਂ ਹੀ ਪੱਕਣਾ। ਸਾਡੇ ਘਰ ਵਿੱਚ ਲੰਗਰ ਦੀ, ਰਸਤਾਂ ਬਸਤਾਂ ਦੀ ਕੋਈ ਕਮੀ ਨਹੀਂ ਹੈ। ਪੂਰਾ ਹੈ ਕਾਮਨਾ ਦਾਸਨ ਉਰ ਕੀ। ਅਸੀਂ ਤੇ ਜੇ ਕਿਸੇ ਕੋਲੋਂ ਰਸਤ ਪਾਣੀ ਲੈਂਦੇ ਵੀ ਆ ਨਾ ਤੇ ਕੇਵਲ ਅਗਲੇ ਦੀ ਭਾਵਨਾ ਵੇਖ ਕੇ ਲੈਂਦੇ ਆ ਵੀ ਇਹਦੀ ਭਾਵਨਾ ਪੂਰੀ ਹੋ ਜਾਵੇ। ਇਹਦਾ ਮਤਲਬ ਇਹ ਨਹੀਂ ਹੈ ਵੀ ਸਾਡੇ ਕੋਲ ਕੁਝ ਨਹੀਂ ਹੈ, ਸਾਡੇ ਕੋਲ ਹੈ, ਸਾਰਾ ਕੁਝ ਹੀ ਹੈ। ਪਰ ਜਦੋਂ ਸੰਗਤ ਆ ਕੇ ਕਹਿੰਦੀ ਆ ਨਾ ਵੀ ਆ ਮੇਰੇ ਵੱਲੋਂ ਮਹਾਰਾਜ ਲਓ, ਤੇ ਫਿਰ ਪਾਤਸ਼ਾਹ ਕਹਿੰਦੇ ਵੀ ਅਸੀਂ ਸੰਗਤ ਦਾ ਪ੍ਰੇਮ ਵੇਖ ਕੇ ਲੈ ਲੈਂਦੇ ਵੀ ਚਲੋ ਇਹ ਪ੍ਰੇਮ ਨਾਲ ਲੈ ਕੇ ਆਇਆ। ਕੇਵਲ ਸੰਗਤਾਂ ਦੀ ਭਾਵਨਾ ਪੂਰੀ ਕਰਨ ਵਾਸਤੇ ਅਸੀਂ ਪਦਾਰਥ ਅੰਗੀਕਾਰ ਕਰਦੇ ਹਾਂ, ਨਹੀਂ ਤੇ ਸਾਨੂੰ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈ। ਗੁਰ ਕੀ ਦੇਗ ਨਰੋ ਤੇਗ ਗਵਾਈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਦੇਗ ਤੇ ਤੇਗ ਸਵਾਈ ਕਹਿੰਦੇ ਬਹੁਤੀ ਤੋਂ ਬਹੁਤੀ ਹੈ। ਨਾ ਤੇ ਇੱਥੇ ਤੇਗ ਦੀ ਘਾਟ ਪੈਣੀ ਹੈ, ਸ਼ਸਤਰਾਂ ਦੀ ਨਾ ਘਾਟ ਰਹਿਣੀ, ਤੇ ਨਾ ਇੱਥੇ ਜੰਗ ਯੁੱਧ ਦੀ ਘਾਟ ਰਹਿਣੀ ਹੈ। ਜੰਗ ਯੁੱਧ ਦੇ ਵਿੱਚ ਸਾਨੂੰ ਕਿਸੇ ਸੂਰਮਿਆਂ ਦੀ ਵੀ ਲੋੜ ਨਹੀਂ, ਸਾਡੇ ਕੋਲ ਆਪਣੇ ਆਪ ਹੀ ਬੜੀਆਂ ਬਰਕਤਾਂ ਨੇ। ਤੇ ਗੁਰੂ ਘਰ ਦੇ ਲੰਗਰਾਂ ਵਾਸਤੇ, ਰਸਤਾਂ ਬਸਤਾਂ ਦੀ ਵੀ ਇੱਥੇ ਕੋਈ ਕਮੀ ਨਹੀਂ। ਇੱਥੇ ਤੇ ਸਵਾਏ ਤੋਂ ਸਵਾਇਆ, ਬਹੁਤੇ ਤੋਂ ਬਹੁਤਾ ਧਨ ਪਦਾਰਥ ਤੇ ਬਹੁਤੇ ਸ਼ਸਤਰ ਤੇ ਬਹੁਤੇ ਚਲਾਉਣ ਵਾਲੇ ਸੂਰਮੇ ਹਨ। ਦਿਨ ਪ੍ਰਤ ਵਧੈ ਸਰਵ ਲਗ ਜਾਈ। ਇਹ ਤੇ ਸਾਰਾ ਕੁਝ ਦਿਨਾਂ ਪ੍ਰਤੀ ਦਿਨ ਵੱਧਦਾ ਹੀ ਜਾਣਾ। ਇਹ ਕੋਈ ਅੱਜ ਨਹੀਂ ਵੀ ਅੱਜ ਹੈ, ਅੱਜ ਤੋਂ ਬਾਅਦ ਕੱਲ, ਕੱਲ ਤੋਂ ਬਾਅਦ ਪਰਸੋਂ, ਚੌਥੇ ਦਿਨ, ਪੰਜਵੇਂ ਦਿਨ। ਇੱਥੇ ਤੇ ਬਰਕਤਾਂ ਰੋਜ਼ ਦੀ ਰੋਜ਼ ਵੱਧਦੀਆਂ ਹਨ। ਗੁਰ ਸਿੱਖੀ ਜੇ ਤੁਮ ਕੋ ਭਾਵੈ। ਪਰ ਜੇ ਤੁਹਾਨੂੰ ਸਿੱਖੀ ਚੰਗੀ ਲੱਗਦੀ ਹੈ, ਸਾਡੇ ਕੋਲ ਆਏ ਹੋ, ਸਾਨੂੰ ਮਿਲੇ ਹੋ,
ਜੇ ਤੁਹਾਨੂੰ ਸਾਡਾ ਇਹ ਜਿਹੜਾ ਧਰਮ ਚੰਗਾ ਲੱਗਦਾ ਹੈ, ਸਿੱਖੀ ਚੰਗੀ ਲੱਗਦੀ ਹੈ, ਜੇ ਤੁਹਾਡੇ ਮਨ ਨੂੰ ਇਹ ਗੱਲਾਂ ਪਾਉਂਦੀਆਂ ਹਨ ਕਹਿ ਸ਼੍ਰੀ ਅਸ ਤੁਜ ਤੇ ਬਖਸ਼ਾਵੇ। ਤੇ ਫਿਰ ਅਸੀਂ ਕਹਿ ਕੇ ਨਾ ਅਕਾਲ ਪੁਰਖ ਦੇ ਤੁਹਾਨੂੰ ਕੋਲੋਂ ਤੁਹਾਨੂੰ ਬਖਸ਼ਾ ਦੇਵਾਂਗੇ। ਸ੍ਰੀ ਅਸ ਤੁਜ ਪਰਮਾਤਮਾ ਦਾ ਨਾਮ ਦਾ ਵਰਣਨ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਪਰਮਾਤਮਾ ਦੇ ਨਾਮ ਦਾ ਵਰਣਨ ਕਰਦਿਆਂ ਹੋਇਆਂ ਕਈ ਵਾਰੀ ਅਸ ਤੁਜ ਸ਼ਬਦ ਵਰਤਿਆ ਹੈ। ਅਸ ਨਾਮ ਗੁਰਮੁਖੋ ਕਿਰਪਾਨ ਦਾ ਹੈ, ਤਲਵਾਰ ਦਾ, ਤੇਗ ਦਾ ਹੈ, ਤੇ ਤੁਜ ਨਾਮ ਨਿਸ਼ਾਨ ਦਾ ਹੈ, ਜਿਹਦੇ ਕੋਲ ਤਲਵਾਰ ਦਾ ਨਿਸ਼ਾਨ ਹੈ। ਭਾਵ ਕਿ ਜਿਹੜਾ ਤਲਵਾਰ ਨੂੰ ਪਹਿਨਣ ਵਾਲਾ ਹੈ, ਤੇਗ ਨੂੰ ਪਹਿਨਣ ਵਾਲਾ ਹੈ, ਉਸ ਨੂੰ ਅਕਾਲ ਪੁਰਖ ਲਿਖਿਆ ਹੈ। ਸ੍ਰੀ ਅਸ ਤੁਜ ਜਬ ਭੈ ਦਿਆਲਾ, ਇਹ ਬਚਨ ਆਏ ਨਾ ਆਪਾਂ ਪੜ੍ਹੇ। ਅਸ ਧੋਈ ਤੋਂ ਭਾਵ ਸ੍ਰੀ ਸਾਹਿਬ ਨੂੰ ਧਾਰਨ ਕਰਨ ਵਾਲਾ। ਸੋ ਸਤਿਗੁਰੂ ਇੱਥੇ ਬਚਨ ਕਰਦੇ ਪਏ, ਕਹਿਣ ਲੱਗੇ ਜੇ ਤੁਹਾਨੂੰ ਸਿੱਖੀ ਭਾਉਂਦੀ ਆ ਨਾ, ਸਿੱਖ ਬਣ ਜਾਓ ਰਾਜਿਓ, ਅਸੀਂ ਅਕਾਲ ਪੁਰਖ ਦੇ ਕੋਲੋਂ ਤੁਹਾਨੂੰ ਬਖਸ਼ਾ ਦੇਵਾਂਗੇ, ਤੁਹਾਡੇ ਪਾਪ ਤੇ ਗੁਨਾਹ ਜਿਹੜੇ ਮਾਫ ਹੋ ਜਾਣਗੇ। ਸੁਨ ਮੁਸਕਾਵਤ ਬਾਗ ਪ੍ਰਕਾਸ਼ੇ। ਤੇ ਸੁਣ ਕੇ ਨਾ ਉਸ ਵੇਲੇ ਮਹਾਰਾਜ ਦੇ ਬਚਨ ਤੇ ਹੱਸ ਪਏ ਦੋਨੇ ਰਾਜੇ, ਤੇ ਹੱਸ ਕੇ ਫਿਰ ਕਹਿਣ ਲੱਗੇ ਹਨ ਹਮ ਹੈ ਸਦਾ ਆਪਕੇ ਦਾਸੇ। ਮਹਾਰਾਜ ਅਸੀਂ ਤੇ ਸਦਾ ਹੀ ਆਪ ਜੀ ਦੇ ਦਾਸ ਹਾਂ, ਸੇਵਕ ਹਾਂ, ਅਸੀਂ ਤੇ ਸਦਾ ਹੀ ਆਪ ਜੀ ਦੇ ਨਾਲ ਜੁੜੇ ਹੋਏ ਹਾਂ। ਹਮਰੇ ਭਾਗਨ ਤੇ ਆਏ। ਮਹਾਰਾਜ ਸਾਡੇ ਵੱਡੇ ਭਾਗ ਜੋ ਆਪ ਜੀ ਇੱਥੇ ਆਏ ਹੋ, ਜਿਸ ਕਰ ਇਸ ਪ੍ਰਕਾਰ ਦਰਸਾਏ। ਤੇ ਮਹਾਰਾਜ ਐਸੇ ਆਪ ਜੀ ਨੇ ਕੌਤਕ ਕਰਕੇ ਸਾਨੂੰ ਦਿਖਾਏ ਹਨ। ਤਬ ਸਤਿਗੁਰ ਦੇ ਕਰ ਸਿਰ ਪਾਓ। ਮਹਾਰਾਜ ਨੇ ਫਿਰ ਦੋਨਾਂ ਰਾਜਿਆਂ ਨੂੰ ਉਸ ਵੇਲੇ ਸਿਰੋਂ ਪਾਓ ਬਖਸ਼ਿਸ਼ ਕੀਤੇ ਹਨ। ਦੋਨੋਂ ਕੋ ਤਬ ਕੀਨ ਵਿਦਾਊ। ਤੇ ਦੋਵਾਂ ਨੂੰ ਵਧਾਈਗੀ ਮਹਾਰਾਜ ਨੇ। ਨਾਹਣ ਦਾ ਰਾਜਾ ਮੇਦਨੀ ਪ੍ਰਕਾਸ਼ ਅਤੇ ਇਸੇ ਤਰ੍ਹਾਂ ਸ਼੍ਰੀਨਗਰ ਦਾ ਰਾਜਾ ਜਿਹੜਾ ਫਤਿਹ ਸ਼ਾਹ, ਦੋਨਾਂ ਨੂੰ ਮਹਾਰਾਜ ਜੀਆਂ ਨੇ ਵਧਾਈਗੀ ਦਿੱਤੀ ਹੈ। ਹਾਥ ਬੰਦ ਬਹੁ ਬੰਧਨ ਕਰਕੇ। ਇਹ ਦੋਨੇ ਰਾਜੇ ਮਹਾਰਾਜ ਜੀਆਂ ਨੂੰ ਹੱਥ ਜੋੜ ਜੋੜ ਕਰਕੇ ਨਮਸਕਾਰਾਂ ਕਰਦੇ ਹਨ। ਗਮਨੇ ਗਜ ਬਾਜਨ ਪਰ ਚਰਕੈ। ਕੋਈ ਆਪਣੇ ਹਾਥੀ ਤੇ ਚੜ੍ਹ ਕੇ, ਕੋਈ ਆਪਣੇ ਘੋੜੇ ਤੇ ਚੜ੍ਹ ਕੇ ਰਾਜੇ ਪੌਂਟਾ ਸਾਹਿਬ ਤੋਂ ਵਧਾਈਗੀ ਲੈ ਕੇ ਮਹਾਰਾਜ ਤੋਂ ਆਪੋ ਆਪਣੇ ਰਾਜਧਾਨੀਆਂ ਨੂੰ ਜਾਣ ਵਾਸਤੇ ਚੱਲ ਪਏ ਹਨ। ਬੈਰ ਵਿਸਾਰ ਸੰਧ ਕਰ ਦੋਏ। ਸਤਿਗੁਰਾਂ ਦੇ ਹੁਕਮ ਕਰਕੇ ਔਰ ਮਹਾਰਾਜ ਦੇ ਵਿੱਚ ਪੈਣ ਕਰਕੇ ਦੋਨਾਂ ਰਾਜਿਆਂ ਨੇ ਆਪੋ ਆਪਣੇ ਵੈਰ ਭੁਲਾ ਕੇ ਮਹਾਰਾਜ ਨਾਲ ਦੇ ਹੁਕਮ ਦੇ ਵਿੱਚ ਰਹਿ ਕੇ ਸੰਧੀ ਕਰ ਲਈ, ਆਪਸ ਵਿੱਚ ਮਿਲਾਪ ਕਰ ਲਿਆ ਹੈ। ਨਿਜ ਨਿਜ ਰਾਜਧਾਨੀ ਗੇ ਸੋਏ। ਆਪੋ ਆਪਣੀਆਂ ਰਾਜਧਾਨੀਆਂ ਨੂੰ ਦੋਨੇ ਰਾਜੇ ਚਲੇ ਗਏ ਹਨ। ਬੁੱਧੂ ਸ਼ਾਹ ਬਹੁਤ ਦਿਨ ਰਹੇ। ਬੁੱਧੂ ਸ਼ਾਹ ਪੀਰ ਜਿਹਦਾ ਪਿੱਛੇ ਆਪਾਂ ਇਤਿਹਾਸ ਸਰਵਣ ਕੀਤਾ ਹੈ, ਕਹਿਣ ਲੱਗੇ ਵੀ ਇਹ ਜਿਹੜਾ ਬੁੱਧੂ ਸ਼ਾਹ ਹੈ ਨਾ, ਸੁਢਾਣੇ ਨਗਰ ਦੇ ਰਹਿਣ ਵਾਲਾ, ਕਹਿਣ ਲੱਗੇ ਵੀ ਇਹ ਮਹਾਰਾਜ ਦੇ ਕੋਲ ਬਹੁਤ ਦਿਨ ਰਿਹਾ ਹੈ। ਮਗ ਖੁਦਾ ਕੋ ਗੁਰ ਤੇ ਲਹਿਓ। ਸਤਿਗੁਰਾਂ ਦੇ ਕੋਲੋਂ ਫਿਰ ਇਸ ਨੇ ਖੁਦਾ ਦਾ ਰਸਤਾ ਜਾਣਿਆ, ਖੁਦਾ ਦੀ ਪ੍ਰਾਪਤੀ ਕਿਵੇਂ ਹੈ। ਬ੍ਰਿੰਦ ਮੁਰੀਦ ਸਹਿਤ ਨਿਤ ਦਰਸੈ। ਰੋਜ਼ ਹੀ ਮਹਾਰਾਜ ਦੇ ਦਰਸ਼ਨ ਕਰਦਾ। ਮੁਰੀਦ ਚੇਲੇ ਇਹਦੇ ਜਿਹੜੇ ਨੇ ਨਾ, ਇਹਦੇ ਨਾਲ ਪ੍ਰੇਮ ਕਰਨ ਵਾਲੇ, ਇਹਦੇ ਸੇਵਕ, ਉਹ ਵੀ ਨਾਲ ਮਹਾਰਾਜ ਦੇ ਰੋਜ਼ ਦਰਸ਼ਨ ਕਰਦੇ ਹਨ। ਕਰਤੇ ਚਰਨ ਕਮਲ ਕੋ ਪਰਸੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਜਿਹੜੇ ਚਰਨ ਨੇ, ਉਹਨਾਂ ਚਰਨਾਂ ਨੂੰ ਕਹਿਣ ਲੱਗੇ ਆਪਣੇ ਹੱਥਾਂ ਦੇ ਨਾਲ ਰੋਜ਼ ਪਰਸਦੇ ਨੇ, ਭਾਵ ਕਿ ਆਪਣੇ ਹੱਥ ਲਾ ਕੇ ਮਹਾਰਾਜ ਦੇ ਚਰਨਾਂ ਨੂੰ ਮੱਥਾ ਟੇਕਦੇ ਹਨ। ਕਰੇ ਪ੍ਰੇਮ ਨਿਸਬਾ ਸੁਰ ਧਿਆਵੈ। ਤੇ ਸਤਿਗੁਰਾਂ ਨੂੰ ਪ੍ਰੇਮ ਕਰਕੇ ਦਿਨੇ ਰਾਤ ਇਹ ਧਿਆਉਂਦੇ ਹਨ। ਗੁਰਮੂਰਤ ਉਰ ਵਿਖੇ ਟਿਕਾਵੇ। ਸਤਿਗੁਰਾਂ ਦੀ ਸੁੰਦਰ ਮੂਰਤੀ ਆਪਣੇ ਹਿਰਦੇ ਵਿੱਚ ਟਿਕਾਉਂਦੇ ਨੇ। ਇਸ ਪਰ ਸ਼੍ਰੀ ਪ੍ਰਭ ਕਰਨਾ ਧਰੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹਨਾਂ ਤੇ ਬਹੁਤੀ ਫਿਰ ਕਿਰਪਾ ਕਰਦੇ। ਮਗ ਖੁਦਾਇ ਉਪਦੇਸ਼ਨ ਕਰੈ। ਇਸ ਪੀਰ ਦੇ ਉੱਪਰ ਮਹਾਰਾਜ ਜੀ ਰਹਿਮਤ ਕਰਕੇ ਫਿਰ ਖੁਦਾ ਦਾ ਰਸਤਾ ਇਸ ਨੂੰ ਦਰਸਾਉਂਦੇ ਹਨ। ਕਹਿ ਦੇਹ ਦੇਗ ਤੇ ਅਸਨਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਕਹਿ ਕੇ ਨਾ ਲੰਗਰ ਦੇ ਵਿੱਚੋਂ ਇਸ ਨੂੰ ਸਾਰਾ ਭੋਜਨ ਪ੍ਰਸ਼ਾਦਾ ਕਹਿ ਕੇ ਦਵਾਉਂਦੇ। ਭਾਈ ਆ ਬੁੱਧੂ ਸ਼ਾਹ ਪੀਰ ਨੂੰ ਜੋ ਚਾਹੀਦਾ ਲੰਗਰ ਵਿੱਚੋਂ ਕੱਚੀਆਂ ਜਾਂ ਪੱਕੀਆਂ ਜਿੰਨੀਆਂ ਵੀ ਰਸਤਾ ਨੇ ਦੇਣਾ ਕਰੋ। ਨਿਕਟ ਬਿਠਾਏ ਬਾਕ ਮ੍ਰਿਦ ਰਸਨਾ। ਸਤਿਗੁਰੂ ਕੋਲ ਬਿਠਾਉਂਦੇ ਇਸ ਬੁੱਧੂ ਸ਼ਾਹ ਪੀਰ ਨੂੰ, ਤੇ ਕਈ ਮਿੱਠੇ ਮਿੱਠੇ ਬਚਨ ਆਪਣੇ ਮੁਖ ਤੋਂ ਮਹਾਰਾਜ ਉਸ ਵੇਲੇ ਕਰਕੇ ਸੁਣਾਉਂਦੇ ਹਨ। ਮਹਿਮਾ ਲਖੀ ਮਹਾ ਮਹੀਆਨਾ। ਤੇ ਇਸ ਨੇ ਜਾਣ ਲਈ ਮਹਾਰਾਜ ਜੀਆਂ ਦੀ ਮਹਿਮਾ, ਵੱਡੇ ਤੋਂ ਵੱਡੀ, ਵੱਡੇ ਤੋਂ ਵੱਡੀ ਮਹਾਰਾਜ ਦੀ ਮਹਿਮਾ ਇਸ ਨੇ ਜਾਣੀ ਹੈ। ਸਕਲ ਕੋ ਬੰਧਨ ਕੀ ਨ ਸਹਾਨਾ। ਤੇ ਸਾਰੇ ਜਿਹੜੇ ਬੰਧਨ ਪਏ ਹੋਏ ਸਨ ਮਹਾਰਾਜ ਦੀ ਸ਼ਰਨ ਵਿੱਚ ਆਉਣ ਕਰਕੇ ਸਾਰੇ ਇਸ ਨੇ ਨਾਸ ਕਰ ਲਏ ਹਨ। ਭਇਓ ਨਿਹਾਲ ਪ੍ਰੇਮ ਉਪਜਾਇਓ। ਸਤਿਗੁਰਾਂ ਦੇ ਕੋਲ ਰਹਿ ਕੇ ਪੀਰ ਬੁੱਧੂ ਸ਼ਾਹ ਬੜਾ ਨਿਹਾਲ ਹੋਇਆ ਹੈ। ਬਸਿਓ ਨਿਕਟ ਕੁਝ ਸਮਾਂ ਬਤਾਇਓ। ਸਤਿਗੁਰਾਂ ਦੇ ਕੋਲ ਹੀ ਫਿਰ ਸੁਢਾਣੇ ਨਗਰ ਤੋਂ ਚੱਲ ਕੇ ਆਇਆ, ਤੇ ਕਹਿਣ ਲੱਗੇ ਉਸ ਵੇਲੇ ਕਈ ਮਹੀਨੇ ਜਾਂ ਕਈ ਦਿਨ ਮਹਾਰਾਜ ਦੇ ਕੋਲ ਫਿਰ ਪੌਂਟਾ ਸਾਹਿਬ ਦੀ ਧਰਤੀ ਤੇ ਰਿਹਾ ਹੈ। ਉਨ ਸਤਿਗੁਰ ਕੋ ਬੰਧਨ ਕੀਨ। ਫਿਰ ਇੱਕ ਦਿਨ ਮਹਾਰਾਜ ਜੀ ਨੂੰ ਬੇਨਤੀ ਕਰਦਾ, ਕਹਿਣ ਲੱਗਾ ਮਹਾਰਾਜ ਮੈਂ ਆਪਣੇ ਨਗਰ ਨੂੰ ਵਾਪਸ ਜਾਣਾ,
ਸਢੌਰਾ ਇਹਦਾ ਨਗਰ ਹੈ ਤੇ ਮਹਾਰਾਜ ਨੂੰ ਮੱਥਾ ਟੇਕ ਕੇ ਜਾਣ ਵਾਸਤੇ ਬੇਨਤੀ ਕਰਦਾ ਹੈ। ਚਲਨ ਸਦਨ ਕੋ ਬਾਚ ਕਹਿ ਦੀਨ। ਸਤਿਗੁਰਾਂ ਨੂੰ ਬੇਨਤੀ ਕਰਦਾ, ਮਹਾਰਾਜ ਮੈਂ ਆਪਣੇ ਘਰ ਜਾਣਾ ਤੇ ਮੈਨੂੰ ਆਪ ਜੀ ਆਗਿਆ ਦੇਵੋ, ਛੁੱਟੀ ਦੇਣਾ ਕਰੋ। ਸਿਰੇ ਪਾਓ ਤਬ ਪ੍ਰਭੂ ਦੇਵਾਇਓ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੂੰ ਉਸ ਵੇਲੇ ਫਿਰ ਕਹਿ ਕੇ ਇਸ ਨੂੰ ਸਿਰੋਂ ਪਾਓ ਜਿਹੜਾ ਨਾ ਗੁਰੂ ਘਰ ਵੱਲੋਂ ਮਹਾਰਾਜ ਨੇ ਦਿੱਤਾ ਹੈ। ਪੱਗ ਸ਼ੁਭਾਏ ਲੈ ਸੀਸ ਚੜਾਇਓ। ਤੇ ਉਹ ਜਿਹੜਾ ਸਿਰੋਂ ਪਾਓ ਮਿਲਿਆ ਨਾ ਮਹਾਰਾਜ ਸਾਹਿਬ ਜੀਆਂ ਦੇ ਕੋਲੋਂ ਸਤਿਗੁਰਾਂ ਦੇ ਚਰਨਾਂ ਨੂੰ ਲਾ ਕੇ ਤੇ ਇਸਨੇ ਫਿਰ ਆਪਣੇ ਸਿਰ ਦੇ ਉੱਪਰ ਰੱਖਿਆ ਹੈ। ਕੇਤਕ ਦਿਨ ਮੈਂ ਪੁੰਨ ਢਿਗ ਆਵੋ। ਤੇ ਫਿਰ ਮਹਾਰਾਜ ਨੂੰ ਬੇਨਤੀ ਕਰਦਾ ਵੀ ਮਹਾਰਾਜ ਮੈਂ ਕੋਈ ਦਿਨ ਵਾਸਤੇ ਚੱਲਿਆ ਤੇ ਦੁਬਾਰਾ ਫਿਰ ਆ ਕੇ ਆਪ ਜੀ ਦੇ ਦਰਸ਼ਨ ਕਰਾਂਗਾ। ਕਰ ਦਰਸ਼ਨ ਕੋ ਤਨ ਸੁਫਲਾਵੋ। ਸਤਿਗੁਰੂ ਪਾਤਸ਼ਾਹ ਤੁਹਾਡੇ ਦਰਸ਼ਨ ਕਰਕੇ ਤੇ ਆਪਣਾ ਸਰੀਰ ਸਫਲਾ ਬਣਾਵਾਂਗਾ। ਸਦਾ ਹਿਰਦੇ ਮੈਂ ਵਾਸਾ ਕਰੀਏ। ਸਤਿਗੁਰੂ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੇਰੇ ਹਿਰਦੇ ਵਿੱਚ ਆਪ ਜੀ ਵਸਣਾ ਕਰੋ ਜੀ। ਨਿਜ ਦਾਸਨ ਕੋ ਦਾਸ ਤੇ ਵਿਚਰੀਏ। ਮੈਨੂੰ ਆਪਣੇ ਦਾਸਾਂ ਦਾ ਦਾਸ, ਸੇਵਕਾਂ ਦਾ ਸੇਵਕ ਜਾਣ ਲੈਣਾ ਕਰੋ। ਆਪਣੋ ਜਾਨ ਵਿਸਾਰੋ ਨਾਹੀ। ਸਤਿਗੁਰੂ ਪਾਤਸ਼ਾਹ ਮੈਨੂੰ ਆਪਣਾ ਜਾਣ ਲਓ, ਕਦੇ ਵੀ ਭੁਲਾਇਓ ਨਾ। ਇਹ ਪੀਰ ਬੇਨਤੀਆਂ ਕਰਦਾ, ਬੁੱਧੂ ਸ਼ਾਹ ਵੀ ਮਹਾਰਾਜ ਮੈਨੂੰ ਭੁੱਲ ਨਾ ਜਾਇਓ, ਭੁਲਾਉਣਾ ਨਾ ਕਰਿਓ। ਚਹੋਂ ਬਾਸ ਰਾਵਰ ਪਗ ਮਾਹੀ। ਮਹਾਰਾਜ ਮੈਂ ਤੇ ਆਪ ਜੀ ਦੇ ਚਰਨਾਂ ਦੇ ਵਿੱਚ ਰਹਿਣਾ ਚਾਹੁੰਦਾ। ਧੰਨ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ, ਮੈਂ ਤੁਹਾਡੇ ਚਰਨਾਂ ਦੇ ਵਿੱਚ ਹੀ ਵਾਸਾ ਚਾਹੁੰਦਾ ਹਾਂ, ਵੀ ਤੁਹਾਡੇ ਚਰਨਾਂ ਦੇ ਵਿੱਚ ਹੀ ਹਮੇਸ਼ਾ ਜੁੜਿਆ ਰਵਾਂ। ਇਹ ਦਾਤ ਆਪ ਜੀ ਕਿਰਪਾ ਕਰਕੇ ਮੈਨੂੰ ਦੇਣੀ ਕਰੋ। ਇਮ ਬਹੁ ਬੇਨਤੀ ਘਰ ਘਰ ਚਾਲਾ। ਇਸ ਤਰ੍ਹਾਂ ਬਹੁਤ ਸਾਰੀਆਂ ਬੇਨਤੀਆਂ ਕਰਕੇ ਇਹ ਪੀਰ ਮਹਾਰਾਜ ਦੇ ਕੋਲੋਂ ਆਗਿਆ ਲੈ ਕੇ ਤੇ ਆਪਣੇ ਘਰ ਨੂੰ ਸਢੌਰੇ ਨਗਰ ਨੂੰ ਜਾਣ ਵਾਸਤੇ ਤਿਆਰ ਹੋਇਆ ਹੈ। ਸੰਗ ਮੁਰੀਦ ਲੀਨ ਨਿਜ ਜਾਲਾ। ਤੇ ਬਹੁਤੇ ਇਹਦੇ ਮੁਰੀਦ ਹਨ, ਸੇਵਕ, ਉਹਨਾਂ ਨੂੰ ਨਾਲ ਲੈ ਕੇ ਪੌਂਟਾ ਸਾਹਿਬ ਤੋਂ ਕੋਈ 20 ਕੁ ਮੀਲ ਦੀ ਦੂਰੀ ਤੇ ਇਹ ਸਢੌਰਾ ਨਗਰ ਹੈ, ਜਿੱਥੋਂ ਦੇ ਰਹਿਣ ਵਾਲਾ ਇਹ ਪੀਰ ਹੈ। ਜਦੋਂ ਮਹਾਰਾਜ ਪੌਂਟਾ ਸਾਹਿਬ ਗਏ ਤੇ ਸਤਿਗੁਰਾਂ ਦੀ ਸਿਫਤ ਇਹਨੇ ਸੁਣੀ ਹੈ ਲੋਕਾਂ ਦੇ ਕੋਲੋਂ। ਤੇ ਪਹਿਲਾਂ ਵੀ ਸਾਧੂ ਸੰਤਾਂ ਨੂੰ ਬੜਾ ਪਿਆਰ ਕਰਦਾ ਸੀ, ਉਹਨਾਂ ਦੀ ਸੰਗਤ ਵਿੱਚ ਰਹਿੰਦਾ। ਪਰ ਜਦੋਂ ਅੱਜ ਇਸ ਨੂੰ ਮਹਾਰਾਜ ਦੀ ਮਹਿਮਾ ਲੋਕਾਂ ਕੋਲੋਂ ਸੁਣੀ ਹੈ ਤੇ ਇਹਦਾ ਮਨ ਕੀਤਾ ਵੀ ਮੈਂ ਗੁਰੂ ਪਾਤਸ਼ਾਹ ਦੇ ਕੋਲ ਜਾਵਾਂ ਤੇ ਮਹਾਰਾਜ ਦੇ ਦਰਸ਼ਨ ਕਰਾਂ। ਸਤਿਗੁਰਾਂ ਦੇ ਕੋਲ ਆਇਆ, ਮਹਾਰਾਜ ਜੀਆਂ ਦੀ ਕਿਰਪਾ ਵੇਖ ਕੇ ਉਹਨ ਚਰਨਾਂ ਦਾ ਭੌਰਾ ਬਣ ਗਿਆ। ਹੁਣ ਇਹ ਬੇਨਤੀਆਂ ਕਰਦਾ ਵੀ ਮਹਾਰਾਜ ਮੈਂ ਤੇ ਇੱਥੇ ਹੀ ਰਵਾਂਗਾ ਤੁਹਾਡੇ ਕੋਲ। ਆਪਣੇ ਨਗਰ ਨੂੰ ਚੱਲਿਆ, ਕੁਝ ਦਿਨ ਨਗਰ ਦੇ ਵਿੱਚ ਰਹਿ ਕੇ ਫਿਰ ਮਹਾਰਾਜ ਦੇ ਕੋਲ ਆਉਣ ਦੀ ਬੇਨਤੀ ਕਰਦਾ ਹੈ। ਸ਼ਹਿਰ ਸੰਢੌਰੇ ਕੋ ਚੱਲ ਗਇਓ। ਤੇ ਸਢੌਰਾ ਗੁਰਮੁਖੋ ਪਿੰਡ ਦਾ ਨਾਮ ਹੈ ਨਗਰ ਦਾ, ਜਿੱਥੋਂ ਦਾ ਇਹ ਰਹਿਣ ਵਾਲਾ ਪੀਰ ਹੈ। ਸਢੌਰਾ ਨਗਰ ਹੈ, ਕਹਿਣ ਲੱਗੇ ਫਿਰ ਉਧਰ ਨੂੰ ਚੱਲਿਆ ਹੈ। ਜਹ ਕਹਿ ਸੁਜਸ ਉਚਾਰਤ ਭਇਓ। ਜਿੱਥੇ ਕਿੱਥੇ ਮਹਾਰਾਜ ਸਾਹਿਬ ਜੀਆਂ ਦਾ ਸ੍ਰੇਸ਼ਟ ਜਾਸੇ ਕਰਦਾ ਜਾਂਦਾ ਹੈ। ਪ੍ਰਭੂ ਪਾਮਟੇ ਬਿਖੈ ਬਿਰਾਜੇ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪੌਂਟਾ ਸਾਹਿਬ ਦੇ ਵਿੱਚ ਹੀ ਹਾਲੇ ਤੱਕ ਬਿਰਾਜੇ ਹੋਏ ਹਨ। ਜਿਨ ਦਰਸ਼ਨ ਦੇ ਕਲਮਲ ਭਾਜੇ। ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਕਈ ਤਰ੍ਹਾਂ ਦੇ ਪਾਪ ਜਿਹੜੇ ਉਹ ਨਾਸ ਹੋ ਜਾਂਦੇ ਹਨ। ਚਲੀ ਹਜ਼ਾरों ਸੰਗਤ ਆਵੇ। ਹਜ਼ਾਰਾਂ ਸੰਗਤਾਂ ਰੋਜ਼ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ। ਅਨਕ ਪਦਾਰਥ ਆਨ ਚੜਾਵੇ। ਅਨੇਕ ਤਰ੍ਹਾਂ ਦੇ ਪਦਾਰਥ ਮਹਾਰਾਜ ਸਾਹਿਬ ਜੀਆਂ ਨੂੰ ਸੰਗਤਾਂ ਲਿਆ ਕੇ ਭੇਟ ਕਰਦੀਆਂ ਹਨ। ਚਾਰੋਂ ਦਿਸ਼ ਤੇ ਦੇਸ਼ ਵਿਦੇਸ਼ੂ। ਤੇ ਚਾਰ ਛਫੇਰਿਓਂ ਚਾਰੇ ਦਿਸ਼ਾਂ ਦੇ ਵਿੱਚੋਂ, ਦੇਸ਼ ਵਿੱਚੋਂ, ਵਿਦੇਸ਼ ਵਿੱਚੋਂ, ਦੂਰੋਂ ਤੇ ਨੇੜਿਓਂ ਬੇਅੰਤ ਸੰਗਤਾਂ ਮਹਾਰਾਜ ਦੇ ਕੋਲ ਆਉਂਦੀਆਂ ਨੇ। ਤਰਹਿ ਭਾਉ ਸਿੱਖ ਆਏ ਵਿਸ਼ੇਸ਼ੂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਵਿਸ਼ੇਸ਼ ਕਰਕੇ ਬੇਅੰਤ ਸਿੱਖ ਆਉਂਦੇ ਨੇ, ਬਹੁਤੀ ਭਾਵਨਾ ਮਹਾਰਾਜ ਦੇ ਉੱਪਰ ਰੱਖਦੇ ਹਨ। ਸ਼ਸਤਰ ਤੁਰੰਗਮ ਵਸਤਰ ਅਜਾਇਬ। ਸਤਿਗੁਰੂ ਪਾਤਸ਼ਾਹ ਜੀਆਂ ਦੇ ਵਾਸਤੇ ਸੋਹਣੇ ਸ਼ਸਤਰ, ਸੋਹਣੇ ਘੋੜੇ ਤੇ ਅਜਾਇਬ ਵਸਤੂਆਂ, ਕੀਮਤੀ ਵਸਤੂਆਂ ਮਹਾਰਾਜ ਦੇ ਦਰਬਾਰ ਪਹੁੰਚਦੀਆਂ ਹਨ। ਅਰਪੈ ਕਰ ਦਰਸ਼ਨ ਸਾਹਿਬ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਦਰਸ਼ਨ ਕਰ ਕਰਕੇ ਬੇਅੰਤ ਸੰਗਤਾਂ ਬੇਅੰਤ ਭੇਟਾਵਾਂ ਮਹਾਰਾਜ ਦੇ ਅੱਗੇ ਅਰਪਣ ਕਰਦੀਆਂ ਹਨ। ਆਦੜੀ ਛੰਡ ਇਸ ਭਾਂਤ ਪਾਵਟੇ ਮਹਿ ਬਿਲਾਸ। ਇਸ ਤਰ੍ਹਾਂ ਮਹਾਰਾਜ ਜੀ ਇਹ ਪਾਵਟਾ ਨਗਰ, ਜਿਸ ਨੂੰ ਆਪਾਂ ਪੌਂਟਾ ਸਾਹਿਬ ਕਹਿ ਦਿੰਦੇ ਹਾਂ, ਇਸ ਨਗਰ ਦੇ ਵਿੱਚ ਮਹਾਰਾਜ ਕੌਤਕ ਕਰਦੇ ਹਨ। ਦਾਸਨ ਨਿਹਾਲ ਦੇ ਛਤਰ ਤਰਾਸ। ਦਾਸਾਂ ਨੂੰ ਤੇ ਮਹਾਰਾਜ ਨਿਹਾਲ ਕਰਦੇ ਪਏ, ਬਖਸ਼ਿਸ਼ਾਂ ਕਰਦੇ ਪਏ ਸੇਵਕਾਂ ਦੇ ਉੱਪਰ। ਤੇ ਜਿਹੜੇ ਨੇ ਸ਼ਤਰੂ ਦੁਸ਼ਮਣ ਨੇ ਉਹਨਾਂ ਨੂੰ ਮਹਾਰਾਜ ਦੰਡ ਵੀ ਦਿੰਦੇ ਪਏ। ਦੁਸ਼ਮਣ ਮਹਾਰਾਜ ਦੇ ਡਰਦੇ ਪਏ ਨੇ, ਖੌਫ ਖਾਂਦੇ ਪਏ, ਰਾਤ ਨੂੰ ਨੀਂਦ ਨਹੀਂ ਆਉਂਦੀ ਹੈ। ਦੁਸ਼ਮਣਾਂ ਦੇ ਅੰਦਰ ਡਰ ਵੱਧਦਾ ਪਿਆ। 10ਵੇਂ ਪਾਤਸ਼ਾਹ ਦਾ ਸੇਵਕਾਂ ਦੇ ਉੱਪਰ ਬੇਅੰਤ ਕਿਰਪਾ ਹੈ। ਰਸ ਵੀਰ ਉਦੈ ਦਿਨ ਪ੍ਰਤ ਕਰੰਤ। ਸਤਿਗੁਰੂ ਪਾਤਸ਼ਾਹ ਦੇ ਅੰਦਰ ਵੀਰ ਰਸ ਦਿਨਾਂ ਪ੍ਰਤੀ ਦਿਨ ਹਰ ਰੋਜ਼ ਬਹੁਤਾ ਵੀਰ ਰਸ ਮਹਾਰਾਜ ਨੂੰ ਆਉਂਦਾ ਹੈ। ਭਟਿਆਏ ਰਹਿਣ ਦੇ ਧਨ ਰਖੰਤ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਬੇਅੰਤ ਸੂਰਮੇ ਆਉਂਦੇ ਨੇ, ਤਨਖਾਹ ਤੇ ਰਹਿਣ ਵਾਲੇ ਜਿਹੜੇ ਸਿਪਾਹੀ ਨੇ ਨਾ, ਫੌਜ ਵਿੱਚ ਭਰਤੀ ਹੋਣ ਵਾਲੇ,
ਮਹਾਰਾਜ ਦੇ ਕੋਲ ਬੇਅੰਤ ਆਉਂਦੇ ਹਨ। ਅਣਗਣਤ ਦਰਬਲੇ ਸਰਬ ਆਏ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਰਿਆਂ ਨੂੰ ਫਿਰ ਧਨ ਜਿੰਨਾ ਜਿੰਨਾ ਰੋਜ਼ਾਨਾ, ਮਹੀਨਾ, 6 ਮਹੀਨੇ ਜਾਂ ਸਾਲ ਜਿੰਨੀ ਵੀ ਤਨਖਾਹ ਵੱਧੀ ਜਾਂਦੀ ਹੈ ਨਾ, ਉਹਦੇ ਮੁਤਾਬਕ ਫਿਰ ਮਹਾਰਾਜ ਉਸ ਸਿਪਾਹੀ ਨੂੰ ਭਰਤੀ ਕਰ ਲੈਂਦੇ ਹਨ। ਮਨ ਚਿਤ ਹੈ ਕਾਮਨਾ ਦਾਸ ਪਾਏ। ਤੇ ਜਿਹੜੀਆਂ ਜਿਹੜੀਆਂ ਦਾਸ ਕਾਮਨਾ ਚਿਤਵਦੇ ਨੇ ਮਹਾਰਾਜ ਦੇ ਕੋਲ ਰਹਿ ਕੇ, ਉਹ ਕਾਮਨਾ ਵੀ ਸਤਿਗੁਰੂ ਪੂਰੀਆਂ ਕਰਦੇ ਬਨ ਹਨ। ਮੈਂ ਸ਼ਿਕਾਰ ਚੜ ਬਾਰ ਬਾਰ। ਸਤਿਗੁਰੂ ਪਾਤਸ਼ਾਹ ਜੀ ਜੰਗਲ ਵਿੱਚ ਜਾਂਦੇ ਨੇ ਤੇ ਵਾਰ-ਵਾਰ ਮਹਾਰਾਜ ਜੰਗਲਾਂ ਵਿੱਚ ਕਈ ਤਰ੍ਹਾਂ ਦੇ ਸ਼ਿਕਾਰ ਕਰਦੇ ਹਨ। ਹੱਥ ਰੋਜ਼ ਕੋਲ ਭਾਲਕ ਚੰਖਾਰ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਦੋਂ ਸ਼ਿਕਾਰ ਕਰਦੇ ਨੇ ਤੇ ਕਹਿਣ ਲੱਗੇ ਨੀਲ ਗਾਏ, ਸੂਰ, ਰਿੱਛ, 12 ਸਿੰਘੇ, ਇਹ ਜਿੰਨੇ ਵੀ ਜੰਗਲ ਦੇ ਜਾਨਵਰ ਨੇ, ਇਹਨਾਂ ਨੂੰ ਮਹਾਰਾਜ ਜੀ ਉਸ ਵੇਲੇ ਸ਼ਿਕਾਰ ਕਰਦੇ ਹਨ। ਬਲਵਾਨ ਭਿਆਨਕ ਮਾਰ ਸਿੰਘ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਕਹਿਣ ਲੱਗੇ ਵੀ ਸ਼ੇਰ ਮਾਰੇ, ਜਿਹੜੇ ਬੜੇ ਬੜੇ ਬਲ ਵਾਲੇ ਸ਼ੇਰ ਵੀ ਮਹਾਰਾਜ ਨੇ ਇੱਥੇ, ਕਈਆਂ ਸ਼ੇਰਾਂ ਦਾ ਵੀ ਮਹਾਰਾਜ ਨੇ ਉਸ ਵੇਲੇ ਸ਼ਿਕਾਰ ਕੀਤਾ ਹੈ। ਬਰਨੰਤ ਸੋ ਕਵ ਸੰਤੋਖ ਸਿੰਘ। ਕਵੀ ਸੰਤੋਖ ਸਿੰਘ ਜੀ ਕਹਿ ਰਹੇ ਨੇ, ਕਵਿਤਾ ਲਿਖਦੇ ਪਏ, ਕਥਾ ਲਿਖਦੇ ਪਏ। ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਹਿੰਦੇ ਮੈਂ ਮਹਾਰਾਜ ਜੀਆਂ ਦੇ ਜਸ ਨੂੰ ਇੱਥੇ ਵਰਣਨ ਕਰਦਾ ਹਾਂ। ਮਾਨੰਤ ਆਨਜੇ ਰਾਜ ਸਿੰਘ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਾਜੇ ਤੇ ਸ਼ੇਰ ਮਹਾਰਾਜ ਜੀਆਂ ਦੇ, ਸੋ ਆਨੰਦ ਨੂੰ ਕਹਿਣ ਲੱਗੇ ਰਾਜੇ ਵੀ ਮੰਨਦੇ ਪਏ ਤੇ ਮੈਂ ਵੀ ਮਹਾਰਾਜ ਦੇ ਚਰਨਾਂ ਦਾ ਦਾਸ ਹਾਂ। ਬਿਦ ਤੇ ਵਿਸਾਲ ਗੋਬਿੰਦ ਸਿੰਘ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਹੁਤੇ ਕਹਿ ਲਈਏ ਵੀ ਪ੍ਰਗਟ ਹੋਏ ਹਨ। ਦੀਨਾਨ ਨਾਥ ਨਾਥਾਨ ਨਾਥ। ਸਤਿਗੁਰੂ ਪਾਤਸ਼ਾਹ ਜੀ ਜਿਹੜੇ ਦੀਨ ਗਰੀਬ ਨੇ ਨਾ, ਉਹਨਾਂ ਦੇ ਨਾਥ ਮਾਲਕ ਨੇ, ਤੇ ਜਿਹੜੇ ਅਨਾਥ ਯਤੀਮ ਨੇ ਨਾ, ਉਹਨਾਂ ਯਤੀਮਾਂ ਦੇ ਵੀ ਯਤੀਮਾਂ ਦੇ ਵੀ ਮਾਲਕ ਤੇ ਗਰੀਬਾਂ ਦੇ ਵੀ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹਨ। ਨਿਜ ਸੇਵਕਾਨ ਕਰਤੇ ਸਨਾਥ। ਜਿਹੜੇ ਸੇਵਕ ਨੇ ਨਾ ਮਹਾਰਾਜ ਜੀਆਂ ਦੇ ਘਰੋਂ ਬਾਹਰੋਂ, ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਹੈ, ਉਹਨਾਂ ਨੂੰ ਮਹਾਰਾਜ ਸਨਾਥ ਕਰਨ ਵਾਲੇ, ਸਫਲੇ ਕਰਨ ਵਾਲੇ, ਆਪਣੀ ਸ਼ਰਨ ਦੇਣ ਵਾਲੇ ਹਨ। ਮਾਨੰਤ ਆਨ ਸਭ ਸਿੱਧਨਾਥ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਆਨ ਮੰਨਦੇ ਨੇ ਸਾਰੇ ਸੂਰਮੇ, ਭਾਵੇਂ ਕੋਈ ਸਿੱਧ ਹੈ ਤੇ ਭਾਵੇਂ ਕੋਈ ਪੀਰ ਪੈਗੰਬਰ ਸ਼ਕਤੀ ਵਾਲਾ ਜਾਂ ਕੋਈ ਸੂਰਮਾ, ਮਹਾਰਾਜ ਦੀ ਸਾਰੇ ਈਨ ਮੰਨਦੇ ਹਨ। ਨਿਜ ਬੰਦ ਹਾਥ ਧਰ ਚਰਨ ਮਾਥ। ਤੇ ਸਤਿਗੁਰੂ ਪਾਤਸ਼ਾਹ ਦੇ ਅੱਗੇ ਹੱਥ ਜੋੜ ਜੋੜ ਕਰਕੇ ਇਹਨਾਂ ਦੇ ਵੱਲੋਂ ਨਮਸਕਾਰਾਂ ਹੁੰਦੀਆਂ ਹਨ। ਇਹ ਏਕ ਰਿਦੂ ਅਬ ਪੂਰਨ ਹੋਏ। ਸੋ ਕਹਿਣ ਲੱਗੇ ਵੀ ਇਹ 12 ਰੁੱਤਾਂ ਨੇ ਨਾ ਕਥਾ ਦੀਆਂ, ਤੇ ਕਹਿਣ ਲੱਗੇ 12 ਰਾਸਾਂ ਵਿੱਚੋਂ ਤੇ ਉਪਰੰਤ ਰੁੱਤਾਂ ਚੱਲੀਆਂ 6 ਰੁੱਤਾਂ ਨੇ ਗੁਰਮੁਖੋ। ਤੇ ਇਸੇ ਤਰ੍ਹਾਂ ਇੱਥੇ ਪਹਿਲੀ ਰੁੱਤ ਜਿਹੜੀ ਹੈ ਇਸ ਗ੍ਰੰਥ ਦੀ ਸੰਪੂਰਨ ਹੋਈ ਹੈ। ਗੁਰ ਜਸ ਵਿਸਾਲ ਬਰ ਬੀਚ ਪੋਏ। ਇਹਦੇ ਵਿੱਚ ਮਹਾਰਾਜ ਜੀਆਂ ਦਾ ਬੇਅੰਤ ਜਸ ਜਿਹੜਾ ਮੈਂ ਪਰੋਣਾ ਕੀਤਾ ਹੈ, ਪਰੋਇਆ ਹੈ। ਸਿੱਖ ਪਠਤ ਸੁਨਤ ਚਿਤ ਚਾਏ ਪਾਏ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਸਿੱਖ ਇਸ ਕਥਾ ਨੂੰ ਪੜ੍ਹਨਗੇ, ਜਿਹੜੇ ਸਿੱਖ ਇਸ ਕਥਾ ਨੂੰ ਸੁਣਨਗੇ, ਪਰ ਸੁਣਨਗੇ ਚਾਅ ਦੇ ਨਾਲ, ਭਾਵਨਾ ਦੇ ਨਾਲ, ਸ਼ਰਧਾ ਨਾਲ ਜਿਹੜੇ ਸੁਣਨਗੇ, ਔਰ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਜਿਹੜੇ ਇਸ ਕਥਾ ਨੂੰ ਕਹਿਣਗੇ, ਕਹਿਣ ਵਾਲੇ ਅਤੇ ਜਿਹੜੇ ਸੁਣਨ ਵਾਲੇ ਨੇ, ਭਾਵਨਾ ਦੇ ਨਾਲ ਚਿੱਤ ਲਾ ਕੇ ਜਿਨ੍ਹਾਂ ਨੇ ਸੁਣਿਆ ਹੈ, ਸਭ ਕਰੇ 51 ਇਮਤਿਆਏ। ਇਹ ਕਹਿਣ ਲੱਗੇ ਵੀ ਉਹਨਾਂ ਸਾਰਿਆਂ ਨੂੰ ਗੁਰੂ ਦੇ ਵੱਲੋਂ, ਧੰਨ ਦਸਵੇਂ ਪਾਤਸ਼ਾਹ ਦੇ ਵੱਲੋਂ ਮੁਕਤੀ ਦੀਆਂ ਦਾਤਾਂ ਪ੍ਰਾਪਤ ਹੋਣਗੀਆਂ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਪ੍ਰਵਾਨ ਹੋ ਜਾਣਗੇ, ਜਿਨ੍ਹਾਂ ਨੇ ਭਾਵਨਾ ਦੇ ਨਾਲ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਦੇ ਜਸ ਨੂੰ, ਕਥਾ ਨੂੰ ਸਰਵਣ ਕੀਤਾ ਹੈ। ਕਹਿਣ ਲੱਗੇ ਭਾਈ ਉਹ ਸਾਰੇ ਪ੍ਰਵਾਨ ਹੋ ਜਾਣਗੇ। ਸੋ ਇੱਥੇ ਕਹਿਣ ਲੱਗੇ ਵੀ ਇਹ 51 ਪੌੜੀਆਂ ਦਾ ਜਿਹੜਾ ਇਹ ਪ੍ਰਸੰਗ ਹੈ, ਇਹ ਆਪਾਂ ਸਰਵਣ ਕੀਤਾ ਹੈ। ਉਹਦੇ ਨਾਲ ਨਾਲ ਇਹ ਜਿਹੜੀ ਪਹਿਲੀ ਰੁੱਤ ਹੈ ਉਹ ਵੀ ਸੰਪੂਰਨ ਹੋਈ ਹੈ। ਹੁਣ ਅੱਗੇ ਦੂਜੀ ਰੁੱਤ ਜਿਹੜੀ ਹੈ ਉਹ ਪ੍ਰਾਰੰਭ ਹੋਵੇਗੀ। ਉਸ ਤੋਂ ਪਹਿਲਾਂ ਮੰਗਲਾਚਰਨ ਹੈ, ਅਤੇ ਫਿਰ ਕਿਵੇਂ ਕਿਵੇਂ ਪੀਰ ਬੁੱਧੂ ਸ਼ਾਹ ਮਹਾਰਾਜ ਜੀਆਂ ਦੇ ਕੋਲ ਆਉਂਦਾ, ਔਰ ਸਤਿਗੁਰੂ ਕੀ ਕੀ ਕੌਤਕ ਵਰਤਾਉਂਦੇ, ਔਰ ਇੱਥੇ ਜੰਗ ਦਾ ਕਿਵੇਂ ਹੁਣ ਮਹਾਰਾਜ ਸਾਜੋ ਸਮਾਨ ਇਕੱਠਾ ਕਰਦੇ। ਇਹ ਸਾਰਾ ਪ੍ਰਸੰਗ ਇਤਿਹਾਸ ਆਪਾਂ ਅਗਲੇ ਦੀਵਾਨਾਂ ਵਿੱਚ ਇਸੇ ਤਰ੍ਹਾਂ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸੇ, ਲੇਖਾ ਕਤਹਿ ਨ ਛੂਟੀਐ। ਬਖਸ਼ਨਹਾਰ ਬਖਸ਼ ਲੈ, ਨਾਨਕ ਪਾਰ ਉਤਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।